ਸਿੱਖਾਂ ਦੇ ਵਿੱਚ ਇੱਕ ਜਿਹੜੀ ਚੀਜ਼ ਜਿਹੜੀ ਆ ਉਹ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਮੰਗੀ ਜਾਂਦੀ ਹੈ, ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੋ ਇੱਕ ਸਿੱਖਾਂ ਦੀ ਇੱਕ ਡਿਊਟੀ ਵੀ ਲਾਈ ਗਈ ਹੈ ਕਿ ਮਜ਼ਲੂਮ ਦੇ ਨਾਲ ਖੜਨਾ ਹੈਗਾ, ਜਰਵਾਣੇ ਦੇ ਨਾਲ ਟਾਕਰਾ ਕਰਨਾ ਹੈ। ਬਿਲਕੁਲ। ਤਾਂ ਕੀ ਇਹੀ ਜਿਹੜਾ ਸਿੱਖੀਜ਼ਮ ਦਾ ਕਨਸੈਪਟ ਹੈ ਕਿਤੇ ਨਾ ਕਿਤੇ ਇਹੀ ਜਿਹੜਾ ਉਹ ਸਿੱਖਾਂ ਨੂੰ ਕਨਫਲਿਕਟ ਦੇ ਵਿੱਚ ਲਿਆ ਕੇ ਖੜਾ ਕਰ ਦਿੰਦਾ? ਸੋ ਇਸ ਚੀਜ਼ ਦੇ ਵਿੱਚ ਇਸਲਾਮ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਇਹ ਗੱਲ ਫਰਮਾਈ ਗਈ ਆਮ ਕਰਕੇ ਕਿ ਤੁਸੀਂ ਲੋੜਵੰਦਾਂ ਦੇ ਹੱਕ 'ਚ ਖੜਨਾ, ਤੁਸੀਂ ਮਜ਼ਲੂਮ ਬੰਦਿਆਂ ਦੇ ਹੱਕ 'ਚ ਖੜਨਾ, ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਜਿਹੜਾ ਲੋੜਵੰਦ ਹੈ। ਮੈਂ ਇਸਲਾਮ ਦੀ ਇੱਕ ਹੋਰ ਗੱਲ ਤੁਹਾਡੇ ਲਈ ਦੱਸਣੀ ਚਾਹੁੰਦਾ ਕਿ ਜੇਕਰ ਤੁਹਾਡੇ ਕੋਲ ਇੱਕ ਕੌਲੀ ਸਬਜ਼ੀ ਦੀ ਹੈ, ਇੱਕ ਦਾਲ ਦੀ ਕੌਲੀ ਹੈ ਨਾ, ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਕਿ ਪੜੋਸੀ ਭੁੱਖਾ ਤਾਂ ਨਹੀਂ। ਜੇ ਭੁੱਖਾ ਤਾਂ ਉਹਦੇ 'ਚੋਂ ਅੱਧੀ ਵੰਡ ਕੇ ਦੇਣੀ ਆ। ਜਿਵੇਂ ਕਿ ਗੁਰਬਾਣੀ ਦੇ ਵਿੱਚ ਫਰਮਾਇਆ ਗਿਆ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਸਲਾਮ ਦੇ ਵਿੱਚ ਵੀ ਇਹੀ ਫਲਸਫਾ ਬਿਲਕੁਲ ਐਜ਼ ਇਟ ਇਜ਼ ਢੁੱਕਦਾ ਸਾਡੇ ਨਾਲ। ਮੁਸਲਿਮ ਧਰਮ ਨਾਲ ਬਿਲੋਂਗ ਕਰਦੇ ਹੋ। ਪਹਿਲੀ ਗੱਲ ਤਾਂ ਇਹ ਕਿ ਧਰਮਾਂ ਦੇ ਬਾਰੇ ਲਿਖਣ ਦੇ ਉੱਪਰ ਤਾਂ ਲੋਕ ਮੇਰੇ ਖਿਆਲ 100 ਵਾਰ ਸੋਚਦੇ ਹੋਣਗੇ ਕਿ ਲਿਖੀਏ ਕਿ ਨਾ ਲਿਖੀਏ, ਕਿ ਕਿਤੇ ਕੋਈ ਟਿੱਪਣੀ ਇਹੋ ਜਿਹੀ ਨਾ ਹੋ ਜਾਵੇ ਕਿ ਸਾਡੇ ਉੱਪਰ ਹੀ ਬਾਅਦ 'ਚ ਕੋਈ ਬਵਾਲ ਖੜਾ ਹੋ ਜਾਵੇ। ਤੁਸੀਂ ਦੂਜੇ ਧਰਮ ਨੂੰ ਬਿਲੋਂਗ ਕਰਦੇ ਹੋ, ਫਿਰ ਵੀ ਸਿੱਖ ਧਰਮ ਦੇ ਇਤਿਹਾਸ ਬਾਰੇ ਲਿਖ ਰਹੇ ਹੋ। ਕੀ ਦਿਲ ਦੇ ਵਿੱਚ ਆਇਆ? ਡਰ ਤਾਂ ਹੁੰਦਾ ਮਨੁੱਖ ਨੂੰ, ਹਰ ਇੱਕ ਬੰਦਾ ਮੈਨੂੰ ਲੱਗਦਾ ਕਿ ਜਦੋਂ ਇਹੋ ਜਿਹੇ ਸੈਂਸਿਟਿਵ ਵਿਸ਼ੇ ਦੇ ਉੱਤੇ ਕੰਮ ਕਰਦਾ, ਜਦੋਂ ਇਸ ਸੂਖਮ ਚੀਜ਼ ਤੇ ਸੰਬੰਧਾਂ ਦੇ ਉੱਤੇ ਕੰਮ ਕਰਦਾ, ਤਾਂ ਬਹੁਤ ਤਰ੍ਹਾਂ ਦੇ ਤੁਹਾਡੇ ਲਈ ਸਵਾਲ ਨੇ, ਤੁਹਾਡੇ ਲਈ ਬਹੁਤ ਤਰ੍ਹਾਂ ਦੀਆਂ ਔਕੜਾਂ ਹੁੰਦੀਆਂ। ਤੁਸੀਂ ਸ਼ਾਇਦ ਆਪਣੇ ਧਰਮ ਬਾਰੇ ਤਾਂ ਸ਼ਾਇਦ ਬਹੁਤ ਕੁਝ ਜਾਣਦੇ ਹੋ, ਜਿਵੇਂ ਮੈਂ ਸਿੱਖ ਧਰਮ ਬਾਰੇ ਜਾਣਦਾ ਹਾਂ, ਪਰ ਸ਼ਾਇਦ ਮੈਂ ਕ੍ਰਿਸਚਨ ਧਰਮ ਬਾਰੇ ਉਹਨਾਂ ਨਹੀਂ ਜਾਣਦਾ, ਸ਼ਾਇਦ ਮੈਂ ਹਿੰਦੂ ਧਰਮ ਬਾਰੇ ਉਹਨਾਂ ਨਹੀਂ ਜਾਣਦਾ, ਪਰ ਤੁਸੀਂ ਉਹ ਚੀਜ਼ ਬਕਾਇਦਾ ਤੌਰ ਲਿਖੀ ਹੈ ਔਰ ਤੁਹਾਡੀ ਉਹ ਚੀਜ਼ ਮਕਬੂਲ ਹੋਈ ਹੈ। ਕਿਸੇ ਵੀ ਬੰਦੇ ਨੂੰ ਮਿਲਣਾ ਜਾਂ ਕਿਸੇ ਵੀ ਨਾਲ ਮੇਰੀ ਗੱਲ ਚੱਲਣੀ, ਤਾਂ ਪਹਿਲੇ ਹੱਲੇ ਜਦੋਂ ਕਿਸੇ ਕੋਲੇ ਜਾਣਾ, ਅਗਲੇ ਨੇ ਸਵਾਲ ਕਰਨਾ ਨਾ ਦੱਸਣ ਤੋਂ ਕਿ ਤੂੰ ਮੁਸਲਮਾਨਾਂ ਦਾ ਮੁੰਡਾ, ਕਿਉਂਕਿ ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਇਹੋ ਜਿਹਾ ਡਰ ਸੀ ਕਿ ਯਾਰ ਮੁਸਲਮਾਨਾਂ ਦਾ ਮੁੰਡਾ ਕਿਤੇ ਸਿੱਖ ਇਤਿਹਾਸ ਨੂੰ ਆਪਣੇ ਤਰੀਕੇ ਢਾਲ ਕੇ ਤੋੜ ਕੇ ਨਾ ਪੇਸ਼ ਕਰੇ। ਕੁਛ ਮੁਸਲਮਾਨ ਪਰਿਵਾਰ ਸੀ ਜਿਹੜੇ ਇਹ ਸੋਚਦੇ ਸੀ ਯਾਰ ਤੂੰ ਮੁਸਲਮਾਨ ਹੋ ਕੇ ਸਿੱਖਾਂ ਲਈ ਕੰਮ ਕਰ ਰਿਹਾ, ਤੂੰ ਕਿਉਂ ਕੰਮ ਕਰ ਰਿਹਾ? ਕਿ ਮੈਂ ਉਸ ਮਸਲੇ ਨੂੰ ਹੱਲ ਕਰਨਾ, ਉਸ ਸਵਾਲ ਨੂੰ ਹੱਲ ਕਰਨਾ ਕਿ ਲੋਕਾਂ ਦੇ ਵਿੱਚ ਸਾਂਝ ਦਾ, ਮੁਹੱਬਤ ਦਾ ਸੁਨੇਹਾ ਜਾ ਸਕੇ, ਕਿਉਂਕਿ ਅਸੀਂ ਇਸ ਧਰਤੀ ਦੇ ਉੱਤੇ ਰਹਿ ਰਹੇ ਹਾਂ, ਇਸ ਸੋਹਣੇ ਪੰਜਾਬ ਦੇ ਵਸਿੰਦੇ ਆ, ਤੇ ਇੱਥੇ ਜਿੰਨਾ ਚਿਰ ਠੰਡ ਵਰਤਦੀ ਰਹੂਗੀ ਓਨਾ ਚਿਰ ਸਾਡਿਆਂ ਕਾਲਜਾਂ 'ਚ ਠੰਡ ਹੈ। ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ, ਬੇਸਿਕਲੀ ਤੁਸੀਂ ਇਹਦੇ ਵਿੱਚ ਕਿਹੜੇ ਪੈਰਾਮੀਟਰਸ ਲਏ ਨੇ, ਕੀ ਬੇਸ ਰੱਖਿਆ ਹੈਗਾ ਕਿ ਸਾਂਝ ਦਾ? ਅਗਰ ਸਾਂਝ ਹੈ ਤਾਂ ਯਕੀਨੀ ਤੌਰ ਤੇ ਕਿਸੇ ਨਾ ਕਿਸੇ ਬੇਸ ਦੇ ਉੱਪਰ ਤਾਂ ਜ਼ਰੂਰ ਟਿਕੀ ਹੋਏਗੀ। ਜੀ ਬਿਲਕੁਲ। ਕੀ ਬੇਸ ਹੈ ਉਸਦਾ? ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਬੇਸ ਇਹੀ ਬਣਦਾ ਕਿ ਸਿੱਖ ਧਰਮ ਤੇ ਇਸਲਾਮ ਧਰਮ ਦੇ ਵਿੱਚ ਇੱਕ ਰੱਬ ਨੂੰ ਮੰਨਿਆ ਜਾਂਦਾ। ਹੋਰ ਕਿਹੜੇ ਕਿੱਸੇ ਨੇ ਜਿਹੜੇ ਇਸ ਸਾਂਝ ਨੂੰ ਬੜਾ ਮਜ਼ਬੂਤੀ ਦਿੰਦੇ ਨੇ, ਉਹ ਥੰਮ ਦਿੰਦੇ ਨੇ ਜਿਹਦੇ ਉੱਪਰ ਇਹ ਸਾਂਝ ਟਿਕੀ ਹੋਈ ਹੈ? ਸ਼ਖਸੀਅਤਾਂ ਲਗਭਗ 80 ਦੇ ਕਰੀਬ ਨੇ ਜਿਨ੍ਹਾਂ ਦਾ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਘੋੜੇ ਦੀ ਕਾਠੀ ਤੋਂ ਪੈਰ ਥੱਲੇ ਲਾਉਣ ਲੱਗੇ ਤਾਂ ਸੈਫੂਦੀਨ ਜੀ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਘੋੜੇ ਦੀ ਕਾਠੀ ਤੋਂ ਪੈਰ ਥੱਲੇ ਨਹੀਂ ਲਾਉਣਾ, ਮੈਂ ਤੁਹਾਡੇ ਘੋੜੇ ਦੀ ਲਗਾਮ ਫੜ ਕੇ ਮੁਰੇ ਤੁਰੂੰਗਾ। ਉਹਨਾਂ ਦੀ ਆਪਸੀ ਇੰਨੀ ਜ਼ਿਆਦਾ ਨੇੜਤਾ ਹੋ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦੂਰ ਦਰਾਡੇ ਕਿਤੇ ਵੀ ਜਾਂਦੇ, ਉੱਥੋਂ ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗਣੀ, ਕੋਈ ਸੌਗਾਤ ਲੱਗਣੀ, ਤਾਂ ਉਹ ਸੈਫੂਦੀਨ ਜੀ ਦੇ ਲਈ ਜਾਂ ਤਾਂ ਆਪ ਲੈ ਕੇ ਆਉਂਦੇ ਰਹੇ ਜਾਂ ਫਿਰ ਆਪਣੇ ਕਿਸੇ ਨਾ ਕਿਸੇ ਸ਼ਰਧਾਲੂ ਦੇ ਜ਼ਰੀਏ ਸੈਫੂਦੀਨ ਜੀ ਤੱਕ ਪੁੱਜਦੀ ਕਰਦੇ ਰਹੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ਹੀਦੀ ਦੇਣ ਲਈ, ਸੀਸ ਦੇਣ ਦੇ ਲਈ ਗਏ ਸੀ, ਤਾਂ ਉਹਨਾਂ ਨੇ ਜਾਂਦੇ ਜਾਂਦੇ ਇੱਕ ਠਹਿਰ ਫਿਰ ਸੈਫੂਦੀਨ ਜੀ ਕੋਲੇ ਕੀਤੀ ਸੀ। ਤੇ ਇਸ ਠਹਿਰ ਬਾਰੇ ਜਦੋਂ ਮੁਗਲ ਜਿਹੜੇ ਉਦੋਂ ਦੇ ਸੀਗੇ ਉਹਨਾਂ ਨੂੰ ਖਬਰ ਹੋਈ, ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪੈੜ ਨੱਪਦੇ ਨਪਾਉਂਦੇ ਉਹ ਸੈਫੂਦੀਨ ਜੀ ਦੇ ਕੋਲੇ ਆ ਗਏ। ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਲੇ ਖਬਰ ਮਿਲੀ ਹੈ ਸਾਨੂੰ ਕਿ ਤੁਹਾਡੇ ਕੋਲੇ ਗੁਰੂ ਤੇਗ ਬਹਾਦਰ ਸਾਹਿਬ ਠਹਿਰੇ ਹੋਏ ਨੇ, ਕਿਉਂਕਿ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜਾ ਚੁੱਕੇ ਸੀ ਉੱਥੋਂ।
ਤਾਂ ਜਦੋਂ ਉਹਨਾਂ ਨੇ ਮੁਗਲਾਂ ਨੇ ਸਵਾਲ ਕੀਤਾ ਸੈਫੂਦੀਨ ਜੀ ਨੂੰ ਕਿ ਕਿੱਥੇ ਨੇ ਗੁਰੂ ਤੇਗ ਬਹਾਦਰ ਸਾਹਿਬ, ਤਾਂ ਜਿਸ ਦਿਸ਼ਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਗਏ ਸੀ ਉਸ ਤੋਂ ਬਿਲਕੁਲ ਉਲਟ ਦਿਸ਼ਾ ਨੂੰ ਤੋਰ ਕੇ ਪਹਿਲਾਂ ਤਾਂ ਇਸ ਤਰੀਕੇ ਦੇ ਨਾਲ ਸੈਫੂਦੀਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵਫਾ ਨਿਭਾਈ। ਜਦੋਂ ਸਮਾਂ ਆਇਆ ਤਾਂ ਕੋਟਲਾ ਨਿਹੰਗ ਖਾਂ ਆਪਣੀ ਬੇਟੀ ਮਾਈ ਮੁਮਤਾਜ਼ ਦਾ ਜਦੋਂ ਨਿਕਾਹ ਕਰਾਉਣ ਲੱਗੇ, ਨਿਕਾਹ ਪੜਾਉਣ ਵਾਲੀ ਗੱਲ ਚੱਲੀ, ਤਾਂ ਮਾਈ ਮੁਮਤਾਜ਼ ਨੇ ਜਵਾਬ ਦੇਤਾ ਕਿ ਅੱਬਾ ਜਾਨ ਮੈਂ ਵਿਆਹ ਨਹੀਂ ਕਰਾਉਣਾ। ਉਹਨੂੰ ਪੁੱਛਿਆ ਗਿਆ ਕਿ ਤੂੰ ਵਿਆਹ ਕਿਉਂ ਨਹੀਂ ਕਰਾਉਣਾ? ਉਹਨੇ ਉਸ ਵਕਤ ਨੂੰ ਯਾਦ ਕਰਵਾਇਆ ਜਦੋਂ ਭਾਈ ਬਚਿੱਤਰ ਸਿੰਘ ਉਹਨਾਂ ਦੀ ਮੱਲਮ ਪੱਟੀ ਕਰ ਰਹੀ ਸੀ। ਉਸ ਕਮਰੇ ਦੇ ਵਿੱਚ ਜਦੋਂ ਮੁਗਲ ਤਲਾਸ਼ੀ ਲੈਣ ਆਏ ਸੀ ਤਾਂ ਮਾਈ ਮੁਮਤਾਜ਼ ਦੇ ਪਿਤਾ ਕੋਟਲਾ ਨਿਹੰਗ ਖਾਂ ਨੇ ਕਿਹਾ ਸੀ ਕਿ ਮੇਰੀ ਧੀ ਤੇ ਜਵਾਈ ਪਿਆ, ਬਾਜਾਨ ਤੁਸੀਂ ਉਹ ਸਮਾਂ ਯਾਦ ਕਰੋ। ਮੈਂ ਤਾਂ ਉਸ ਦਿਨ ਵਿਧਵਾ ਹੋ ਗਈ ਸੀ ਜਦੋਂ ਭਾਈ ਬਚਿੱਤਰ ਸਿੰਘ ਹੁਣੀ ਸ਼ਹੀਦ ਹੋ ਗਏ। ਪਰ ਜਦੋਂ ਕੋਈ ਅਜਿਹੀ ਗੱਲ ਆਉਂਦੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਕਾਜ਼ੀ ਚਿਰਾਗਦੀਨ ਨੇ, ਤਾਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਹੁਣ ਹਕੂਮਤ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਉਹ ਆਪਣੇ ਦੀਨ ਈਮਾਨ ਦੇ ਵਿੱਚ, ਧਰਮ ਦੇ ਵਿੱਚ ਕਿੰਨੇ ਕੁ ਪੱਕੇ ਨੇ। ਗੱਲ ਇੱਥੇ ਖੜਦੀ ਹੈ ਕਿ ਵਫਾਦਾਰ ਹਕੂਮਤ ਦੇ ਪ੍ਰਤੀ ਕਿੰਨੇ ਨੇ, ਹੈਗੇ ਨੇ ਜਾਂ ਹੈ ਨਹੀਂ। ਇਸਲਾਮ ਦੀ ਸਰਾਹ ਦੇ ਵਿੱਚ ਕਿਤੇ ਵੀ ਨਹੀਂ ਆਉਂਦਾ ਕਿ ਬੰਦੇ ਨੂੰ ਬੰਦਾ ਮਾਰ ਦੇਵੇ। ਜੇ ਕਾਜ਼ੀ ਚਿਰਾਗਦੀਨ ਜੀ ਦੀ ਆਪਾਂ ਜਿਵੇਂ ਗੱਲ ਕਰਕੇ ਆਏ ਆ ਕਿ ਉਹਨਾਂ ਨੇ ਸਰਾਹ ਦੇ ਜਾ ਕੇ ਉਲਟ ਕੋਈ ਫੈਸਲਾ ਨਹੀਂ ਸੀ ਲਿਆ। ਉਹ ਸ਼ਾਇਦ ਉਸ ਸਮੇਂ ਦੇ ਸ਼ਾਸਕ ਨੂੰ ਇਹ ਤਾਂ ਲੱਗਿਆ ਹੋਊਗਾ ਕਿ ਮੇਰੇ ਤੋਂ ਉਲਟ ਗਿਆ, ਕਿਉਂਕਿ ਜੇਕਰ ਉਹਦੀ ਗੱਲ ਮੰਨ ਲੈਂਦਾ ਫਿਰ ਸ਼ਰਾਹ ਤੋਂ ਉਲਟ ਚਲੇ ਜਾਣਾ ਸੀ ਉਹਨੇ, ਇਸਲਾਮ ਤੋਂ ਬਿਲਕੁਲ ਉਲਟ ਜਾਂਦਾ। ਬੇਸ਼ੱਕ ਫਿਰ ਉਹ ਖੁਦਾ ਦਾ ਗੁਨਾਹਗਾਰ ਸੀ। ਗੁਰੂ ਦੇ ਬੱਚੇ ਨੇ, ਸਾਡੇ ਕੋਲੇ ਨੇ, ਤੂੰ ਆਪਦਾ ਜੋ ਕਰਨਾ ਕਰ ਸਕਦਾ। ਤਾਂ ਉਹਨਾਂ ਨੇ ਸ਼ੇਰ ਮੁਹੰਮਦ ਖਾਨ ਨੇ ਇੱਕ ਗੱਲ ਬੇਬਾਕੀ ਨਾਲ ਕਹੀ ਸੀ ਕਿ ਜੇਕਰ ਮੈਂ ਬਦਲਾ ਲਊਂਗਾ ਤਾਂ ਇਹਨਾਂ ਦੇ ਪਿਤਾ ਤੋਂ ਜੰਗੇ ਮੈਦਾਨ ਦੇ ਵਿੱਚ ਬਦਲਾ ਲਊਂਗਾ, ਮੈਂ ਜ਼ੁਲਮ ਨਹੀਂ ਕਰੂੰਗਾ। ਮੈਂ ਇਸਲਾਮ ਤੋਂ ਉਲਟ ਜਾ ਕੇ ਕੋਈ ਫੈਸਲਾ ਨਹੀਂ ਲਊਂਗਾ ਕਿਉਂਕਿ ਮੈਂ ਖੁਦਾ ਨੂੰ ਮੂੰਹ ਦਿਖਾਉਣਾ। ਧਰਮਾਂ ਦੇ ਨਾਮ ਤੇ ਅਕਸਰ ਬਹੁਤੇ ਲੋਕ ਨਫ਼ਰਤ ਹੀ ਭਰਦੇ ਨੇ, ਪਰ ਬਹੁਤ ਥੋੜੇ ਲੋਕ ਨੇ ਜਿਹੜੇ ਗੱਲ ਸਾਂਝ ਦੀ ਕਰਦੇ ਨੇ। ਗਲੋਬਲ ਪੰਜਾਬ ਔਰ ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਬਲਦੀਪ ਸਿੰਘ ਕੰਗ ਬਹੁਤ-ਬਹੁਤ ਸਵਾਗਤ ਕਰਦਾ ਔਰ ਅੱਜ ਜਿਸ ਸ਼ਖਸ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਉਹ ਯਕੀਨੀ ਤੌਰ ਤੇ ਸਾਂਝ ਦੀ ਗੱਲ ਕਰਦੇ ਨੇ, ਦੋ ਧਰਮ ਦੇ ਲੋਕਾਂ ਦੀ ਸਾਂਝ ਦੀ ਗੱਲ ਕਰਦੇ ਨੇ, ਇੱਕ ਖਿੱਤੇ ਦੇ ਸਾਂਝ ਦੀ ਗੱਲ ਕਰਦੇ ਨੇ ਔਰ ਸਟੇਟ ਅਵਾਰਡੀ ਨੇ, ਬਕਾਇਦਾ ਤੌਰ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਅਵਾਰਡ ਮਿਲਿਆ ਹੋਇਆ ਔਰ ਇਤਿਹਾਸਕਾਰ ਨੇ। ਔਰ ਸਭ ਤੋਂ ਖੂਬਸੂਰਤ ਗੱਲ ਇਹ ਕਿ ਸਿੱਖ ਧਰਮ ਦੇ ਉੱਪਰ ਵੀ ਜਿਹੜਾ ਉਹਨਾਂ ਦੇ ਵੱਲੋਂ ਕਿਤਾਬਾਂ ਲਿਖੀਆਂ ਗਈਆਂ ਨੇ, ਇਤਿਹਾਸ ਦੀ ਪੜਚੋਲ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਆ। ਬੇਸ਼ੱਕ ਉਹ ਇੱਕ ਦੂਸਰੇ ਧਰਮ ਦੇ ਨਾਲ, ਮੁਸਲਿਮ ਧਰਮ ਦੇ ਨਾਲ ਸੰਬੰਧ ਰੱਖਦੇ ਨੇ। ਸੋ ਮੇਰੀ ਮੁਰਾਦ ਅਲੀ ਰਾਜਪੁਰਾ। ਸਤਿ ਸ਼੍ਰੀ ਅਕਾਲ ਕੰਗ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਇਸ ਨਾਚੀਜ਼ ਨੂੰ ਇਸ ਚੈਨਲ ਦੇ ਜ਼ਰੀਏ ਬੜੇ ਸੂਝਵਾਨ ਸਰੋਤਿਆਂ ਦੇ ਰੂਬਰੂ ਕੀਤਾ ਜੀ। ਅਲੀ ਜੀ, ਤੁਹਾਡੀ ਕਿਤਾਬ ਜਿਹੜੀ ਹੈ, ਪਹਿਲਾਂ ਤਾਂ ਟਾਈਟਲ ਹੀ ਉਹਦਾ ਬੜਾ ਸੋਹਣਾ ਹੈਗਾ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ ਜਿਹੜੀ ਹੈਗੀ ਉਹ ਆਪਣੇ ਆਪ ਦੇ ਵਿੱਚ ਇੱਕ ਨਵੀਕਰਾ ਟਾਈਟਲ ਹੈ ਜਾਂ ਖਿੱਚ ਪਾਉਂਦਾ ਆਪਾਂ ਕਹਿ ਲਈਏ। ਪਹਿਲੀ ਨਜ਼ਰ ਜਦੋਂ ਉਹਨੂੰ ਪੜ੍ਹਦੇ ਆ ਯਕੀਨਨ ਤੌਰ ਤੇ ਖਿੱਚ ਪਾਉਂਦਾ, ਕਿਉਂਕਿ ਪਿਛਲੇ ਸਮਿਆਂ ਦੀ ਗੱਲ ਕਰ ਲਈਏ, ਚਾਹੇ ਉਹ ਮਿਡੀਵੀਅਲ ਹਿਸਟਰੀ ਦੀ ਗੱਲ ਕਰ ਲਈਏ, ਮਾਡਰਨ ਹਿਸਟਰੀ ਦੀ ਗੱਲ ਕਰ ਲਈਏ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਲੋਕ ਕੜੱਤਣ ਵਾਲੀਆਂ ਚੀਜ਼ਾਂ ਹੀ ਸਾਹਮਣੇ ਲੈ ਕੇ ਆਉਂਦੇ ਨੇ। ਸਾਂਝ ਵਾਲੀ ਚੀਜ਼ ਜਿਹੜੀ ਬੜੀ ਘੱਟ ਸਾਹਮਣੇ ਆਉਂਦੀ ਹੈਗੀ। ਜੀ ਜੀ ਬਿਲਕੁਲ। ਮੈਂ ਤੁਹਾਡੇ ਤੋਂ ਪਹਿਲ ਤਾਂ ਇਹ ਜਾਣਨਾ ਚਾਹੁੰਦਾ ਕਿ ਮੁਸਲਿਮ ਧਰਮ ਨਾਲ ਬਿਲੋਂਗ ਕਰਦੇ ਹੋ। ਪਹਿਲੀ ਗੱਲ ਤਾਂ ਇਹ ਕਿ ਧਰਮਾਂ ਦੇ ਬਾਰੇ ਲਿਖਣ ਦੇ ਉੱਪਰ ਤਾਂ ਲੋਕ ਮੇਰੇ ਖਿਆਲ 100 ਵਾਰ ਸੋਚਦੇ ਹੋਣਗੇ ਕਿ ਲਿਖੀਏ ਕਿ ਨਾ ਲਿਖੀਏ, ਕਿ ਕਿਤੇ ਕੋਈ ਟਿੱਪਣੀ ਇਹੋ ਜਿਹੀ ਨਾ ਹੋ ਜਾਵੇ ਕਿ ਸਾਡੇ ਉੱਪਰ ਹੀ ਬਾਅਦ 'ਚ ਕੋਈ ਬਵਾਲ ਖੜਾ ਹੋ ਜਾਵੇ। ਤੁਸੀਂ ਦੂਜੇ ਧਰਮ ਨੂੰ ਬਿਲੋਂਗ ਕਰਦੇ ਹੋ, ਫਿਰ ਵੀ ਸਿੱਖ ਧਰਮ ਦੇ ਇਤਿਹਾਸ ਬਾਰੇ ਲਿਖ ਰਹੇ ਹੋ, ਕੀ ਦਿਲ ਦੇ ਵਿੱਚ ਆਇਆ? ਕੰਗ ਸਾਹਿਬ, ਇਹਦੇ ਪਿੱਛੇ ਜਿਹੜੀ ਹਿਸਟਰੀ ਹੈ, ਇਹਦੇ ਪਿੱਛੇ ਜਿਹੜੀ ਮਤਲਬ ਕਹਿੰਦਾ ਬੈਕਗਰਾਉਂਡ ਹੈ ਜਿਹੜੀ ਇਹਦੀ ਕਾਫੀ ਲੰਬੀ ਹੈ, ਪਰ ਮੈਂ ਗੱਲ ਇੱਥੋਂ ਹੀ ਸ਼ੁਰੂ ਕਰਦਾ ਕਿ ਮੈਂ ਸਭ ਤੋਂ ਪਹਿਲਾਂ ਇਨਸਾਨ ਹਾਂ। ਕਰਨੈਲ ਸਿੰਘ ਪਾਰਸ ਰਾਮਬੜੀਆ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਅਕਸਰ, ਜਦੋਂ ਉਹਨਾਂ ਤੋਂ ਮੈਂ ਉਹਨਾਂ ਦੀ ਸੰਗਤ ਕੀਤੀ, ਸ਼ਾਗਿਰਦੀ ਹਾਸਲ ਕੀਤੀ, ਕਿ ਅਲੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੋਣਾ ਬਹੁਤ ਔਖਾ, ਪਰ ਇਨਸਾਨ ਬਣਨ ਤੋਂ ਬਾਅਦ ਸਾਰੀਆਂ ਚੀਜ਼ਾਂ ਤੁਹਾਡੇ ਲਈ ਸੌਖੀਆਂ ਨੇ। ਜਦੋਂ ਬੰਦਾ ਇਨਸਾਨ ਬਣ ਗਿਆ, ਜਦੋਂ ਬੰਦਾ ਮਨੁੱਖ ਬਣ ਗਿਆ, ਜਦੋਂ ਬੰਦਾ ਧਰਮਾਂ ਤੋਂ ਉੱਪਰ ਉੱਠ ਗਿਆ, ਤਾਂ ਉਹ ਦੁਨੀਆ ਦਾ ਬਹੁਤ ਵੱਡਾ ਸ਼ਖਸ ਬਣ ਕੇ ਉੱਭਰੂਗਾ। ਅਕਸਰ ਕਰ ਕੀ ਹੁੰਦਾ, ਜਦੋਂ ਅਸੀਂ
ਧਾਰਮਿਕ ਜੰਜਾਲ ਕਹੂੰਗਾ। ਜੰਜਾਲ ਇਸ ਕਰਕੇ ਕਿਉਂਕਿ ਇਸ ਦੇ ਵਿੱਚ ਜ਼ਿਆਦਾ ਕਰ ਤੁਹਾਨੂੰ ਲੋਕ ਖਿੱਚਾ ਤੂ ਕਰਦੇ ਆ ਤੁਹਾਡੇ ਨਾਲ, ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਸੋ ਜਿਹੜੀਆਂ ਜਦੋਂ ਤੁਸੀਂ ਇਨਸਾਨ ਬਣ ਗਏ ਤਾਂ ਤੁਹਾਨੂੰ ਕੁੱਲ ਕਾਇਨਾਤ ਜਿਹੜੀ ਹੈਗੀ ਆ ਉਹ ਇੱਕੋ ਜਿਹੀ ਨਜ਼ਰ ਆਊਗੀ। ਤੁਹਾਨੂੰ ਕਿਸੇ ਬੰਦੇ ਦੇ ਵਿੱਚ ਫਰਕ ਨਜ਼ਰ ਨਹੀਂ ਆਊਗਾ। ਤੁਹਾਨੂੰ ਇਹ ਨਜ਼ਰ ਨਹੀਂ ਆਊਗਾ ਕਿ ਤੁਸੀਂ ਸਿੱਖ ਹੋ, ਫਲਾਣਾ ਬੰਦਾ ਹਿੰਦੂ ਆ, ਮੈਂ ਮੁਸਲਮਾਨ ਹਾਂ। ਕਿਉਂਕਿ ਸਾਡੇ ਲਹੂ ਦਾ ਰੰਗ ਇੱਕ ਹੈ, ਸਾਡਾ ਰੱਬ ਇੱਕ ਹੈ ਸਭ ਦਾ, ਕਿਉਂਕਿ ਅਸੀਂ ਉਸ ਪਰਮਾਤਮਾ ਅੱਗੇ ਸਾਰੇ ਸਿਰ ਝੁਕਾਉਂਦੇ ਹਾਂ। ਸੋ ਇਸ ਕਰਕੇ ਮੇਰੀ ਨਜ਼ਰ ਦੇ ਵਿੱਚ ਕੋਈ ਧਰਮ, ਮੇਰੇ ਤੋਂ ਇਹ ਕਹਿ ਸਕਦਾ ਕਿ ਮੇਰੀ ਨਜ਼ਰ ਦੇ ਵਿੱਚ ਹਰ ਇੱਕ ਧਰਮ ਮੇਰੇ ਤੋਂ ਬਹੁਤ ਵੱਡਾ। ਤੇ ਇਸ ਕਰਕੇ ਮੈਂ ਇਨਸਾਨ ਆ। ਇਨਸਾਨ ਹੋਣ ਦੇ ਨਾਤੇ ਜਿਹੜਾ ਇਹ ਸਿੱਖ ਧਰਮ ਲਈ ਗੱਲ ਕੀਤੀ ਜਾਂ ਸਾਂਝਾਂ ਦੀ ਗੱਲ ਕੀਤੀ, ਇਹ ਮੇਰੇ ਹਿੱਸੇ ਆਈ ਹੈ। ਮੈਂ ਇਸ ਗੱਲੋਂ ਖੁਸ਼ਨਸੀਬ ਹਾਂ ਕਿ ਮੈਂ ਇਸ ਚੀਜ਼ ਦੇ ਉੱਤੇ ਕੰਮ ਕੀਤਾ ਜਿਹੜਾ ਸਵਾਲ ਦੁਨੀਆ ਦੇ ਮਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆਇਆ ਹੋਇਆ ਕਿ ਸਿੱਖਾਂ ਤੇ ਮੁਸਲਮਾਨਾਂ ਦੀਆਂ ਜਿਹੜੀਆਂ ਮੁੱਢਲੇ ਸਮੇਂ ਇਹ ਕਹਿ ਸਕਦੇ ਹਾਂ ਪੁਰਾਤਨ ਕਾਲ ਤੋਂ ਜਿਹੜੀਆਂ ਲੜਾਈਆਂ ਜਿਹੜੀਆਂ ਸੀਗੀਆਂ ਜਾਂ ਉਸ ਸਮੇਂ ਦੇ ਵਿੱਚ ਜਿਹੜੇ ਹੋਏ ਜ਼ੁਲਮ ਨੇ, ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਹੈਗੇ ਨੇ ਤੇ ਰਹਿਣਗੇ ਵੀ। ਜੀ ਅੱਛਾ ਅਲੀ ਜੀ, ਤੁਸੀਂ ਜ਼ਿਕਰ ਕੀਤਾ ਕਿ ਐਜ਼ ਏ ਇਨਸਾਨ ਹੋਣ ਦੇ ਨਾਤੇ ਜਿਹੜਾ ਤੁਸੀਂ ਸਿੱਖ ਧਰਮ ਬਾਰੇ ਤੁਸੀਂ ਲਿਖ ਰਹੇ ਹੈਗੇ ਹੋ, ਪਰ ਫਿਰ ਵੀ ਲੋਕ ਜਿਹੜੇ ਹੁੰਦੇ ਨੇ ਕਿਤੇ ਨਾ ਕਿਤੇ ਇੱਕ ਸੋਚ ਦੇ ਵਿੱਚ ਜ਼ਰੂਰ ਬੰਨੇ ਹੁੰਦੇ ਨੇ, ਇੱਕ ਤੈਅ ਦਾਇਰੇ ਦੇ ਵਿੱਚ ਬੰਨੇ ਹੁੰਦੇ ਨੇ। ਤੁਹਾਡੇ ਆਲੇ ਦੁਆਲੇ ਵੀ ਯਕੀਨੀ ਤੌਰ ਤੇ ਉਸ ਤਰ੍ਹਾਂ ਦੇ ਲੋਕ ਜ਼ਰੂਰ ਹੋਣਗੇ। ਕਦੇ ਕਿਸੇ ਨੇ ਕੋਈ ਟੀਕਾ ਟਿੱਪਣੀ ਨਹੀਂ ਕੀਤੀ ਕਿ ਅਲੀ ਕਿਹੜੇ ਕੰਮ ਦੇ ਵਿੱਚ ਲੱਗਿਆ ਹੋਇਆ? ਅਸਲ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਤਾਂ ਦੇਖੋ ਕਰਨਾ ਪੈਂਦਾ। ਉਹ ਕਾਰਨ ਇਹ ਹੈ ਕਿ ਜਿਵੇਂ ਤੁਸੀਂ ਪਹਿਲੇ ਸਵਾਲ ਦੇ ਵਿੱਚ ਇੱਕ ਗੱਲ ਕੀਤੀ ਕਿ ਤੁਹਾਨੂੰ ਡਰ ਨਹੀਂ ਲੱਗਿਆ। ਡਰ ਤਾਂ ਹੁੰਦਾ ਮਨੁੱਖ ਨੂੰ, ਹਰ ਇੱਕ ਬੰਦਾ ਮੈਨੂੰ ਲੱਗਦਾ ਕਿ ਜਦੋਂ ਇਹੋ ਜਿਹੇ ਸੈਂਸਿਟਿਵ ਵਿਸ਼ੇ ਦੇ ਉੱਤੇ ਕੰਮ ਕਰਦਾ, ਜਦੋਂ ਇਸ ਸੁਖਮ ਚੀਜ਼ ਤੇ ਸਬੰਧਾਂ ਦੇ ਉੱਤੇ ਕੰਮ ਕਰਦਾ, ਤਾਂ ਬਹੁਤ ਤਰ੍ਹਾਂ ਦੇ ਤੁਹਾਡੇ ਲਈ ਸਵਾਲ ਨੇ, ਤੁਹਾਡੇ ਲਈ ਬਹੁਤ ਤਰ੍ਹਾਂ ਦੀਆਂ ਔਕੜਾਂ ਹੁੰਦੀਆਂ। ਖਾਸ ਤੌਰ ਤੇ ਉਸ ਵੇਲੇ ਇਹ ਹੋ ਜਾਂਦਾ ਹੈ ਕਿ ਤੁਸੀਂ ਸ਼ਾਇਦ ਆਪਣੇ ਧਰਮ ਬਾਰੇ ਤਾਂ ਸ਼ਾਇਦ ਬਹੁਤ ਕੁਝ ਜਾਣਦੇ ਹੋ, ਜਿਵੇਂ ਮੈਂ ਸਿੱਖ ਧਰਮ ਬਾਰੇ ਜਾਣਦਾ ਹਾਂ, ਪਰ ਸ਼ਾਇਦ ਮੈਂ ਕ੍ਰਿਸਚਨ ਧਰਮ ਬਾਰੇ ਉਹਨਾਂ ਨਹੀਂ ਜਾਣਦਾ, ਸ਼ਾਇਦ ਮੈਂ ਹਿੰਦੂ ਧਰਮ ਬਾਰੇ ਉਹਨਾਂ ਨਹੀਂ ਜਾਣਦਾ, ਪਰ ਤੁਸੀਂ ਉਹ ਚੀਜ਼ ਬਕਾਇਦਾ ਤੌਰ ਲਿਖੀ ਆ ਔਰ ਤੁਹਾਡੀ ਉਹ ਚੀਜ਼ ਮਕਬੂਲ ਹੋਈ ਆ। ਜਿਹੜੇ ਵੱਖ-ਵੱਖ ਸਿੱਖ ਸਫ਼ਿਆਂ ਦੇ ਵਿੱਚ ਜਿਹੜੀ ਆ ਉਹ ਚੀਜ਼ ਸਾਹਮਣੇ ਆਈ ਹੈਗੀ ਆ। ਤੇ ਪਹਿਲਾਂ ਤਾਂ ਤੁਹਾਨੂੰ ਹੁੰਗਾਰਾ ਕਿੱਦਾਂ ਦਾ ਮਿਲਿਆ ਇਸ ਸਾਰੇ ਦੇ ਉਹਦੇ ਵਿੱਚ? ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਕੀ ਕਿਸੇ ਨੇ ਕੋਈ ਟੀਕਾ ਟਿੱਪਣੀ ਨਹੀਂ ਕੀਤੀ? ਨਹੀਂ, ਟੀਕਾ ਟਿੱਪਣੀ ਮੇਰੇ ਕੰਮ ਪ੍ਰਤੀ ਤਾਂ ਨਹੀਂ ਕੀਤੀ ਕਿਸੇ ਨੇ ਹੁਣ ਤੱਕ, ਟੱਚਵੁੱਡ। ਮੈਂ ਇਸ ਗੱਲੋਂ ਵੀ ਖੁਸ਼ਨਸੀਬ ਹਾਂ ਕਿਉਂਕਿ ਜਿਵੇਂ 1762 ਦਾ ਵੱਡਾ ਘੱਲੂਘਾਰਾ ਸੀ, ਉਹ ਚੀਜ਼ ਤੇ ਕਿਸੇ ਨੇ ਨਿੱਠ ਕੇ ਨਹੀਂ ਸੀ ਕੰਮ ਕੀਤਾ। ਜਦੋਂ ਮੈਂ 1762 ਦਾ ਵੱਡਾ ਘੱਲੂਘਾਰਾ ਲਿਖਿਆ ਤਾਂ ਉਸ ਵਕਤ ਦੇ ਵਿੱਚ ਮੈਨੂੰ ਬਹੁਤ ਪਿੰਡਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ, ਜਿੱਥੋਂ ਉਸ ਮੌਕੇ ਜਿਹੜੇ ਜਦੋਂ ਇਹ ਹਾਦਸਾ ਵਾਪਰਿਆ, ਸਾਡੇ ਸਿੰਘ ਸਿੰਘਣੀਆਂ, ਬਜ਼ੁਰਗ ਮਾਤਾਵਾਂ, ਭੈਣਾਂ ਜਿਹੜੇ ਉਹਨਾਂ ਪਿੰਡਾਂ ਦੇ ਵਿੱਚ ਦੀ ਹੋ ਕੇ ਨਿਕਲੇ ਸੀ ਮਾਲਵੇ ਵੱਲ ਨੂੰ, ਉਹਨਾਂ ਪਿੰਡਾਂ 'ਚ ਜਦੋਂ ਮੈਂ ਵਿਚਰਿਆ ਤਾਂ ਜਦੋਂ ਕਿਸੇ ਵੀ ਬੰਦੇ ਨੂੰ ਮਿਲਣਾ ਜਾਂ ਕਿਸੇ ਵੀ ਨਾਲ ਮੇਰੀ ਗੱਲ ਚੱਲਣੀ, ਤਾਂ ਪਹਿਲੇ ਹੱਲੇ ਜਦੋਂ ਕਿਸੇ ਕੋਲ ਜਾਣਾ, ਅਗਲੇ ਨੇ ਸਵਾਲ ਕਰਨਾ ਨਾਂ ਦੱਸਣ ਤੋਂ ਕਿ ਤੂੰ ਮੁਸਲਮਾਨਾਂ ਦਾ ਮੁੰਡਾ, ਇੱਕ ਇਹ ਬਹੁਤ ਵੱਡਾ ਸਵਾਲ ਸੀ ਮੇਰੇ 'ਚ। ਦੂਜੀ ਗੱਲ, ਜਦੋਂ ਲੋਕ ਹੈਰਾਨ ਸੀ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਚਿਹਰੇ ਸਵਾਲ ਜ਼ਾਹਰ ਕਰਦੇ ਸੀ। ਖੈਰ ਮੇਰੀ ਇਹ ਮੈਂ ਕਹਿ ਸਕਦਾ, ਮੇਰੇ 'ਚ ਖੂਬੀ ਵੀ ਕਹਿ ਸਕਦਾ ਕਿ ਮੈਂ ਚਿਹਰਾ ਪੜ੍ਹ ਲੈਣਾ ਅਗਲੇ ਦਾ ਵੀ ਕਹਿ ਕੀ ਰਿਹਾ, ਕਿਸ ਨਜ਼ਰ ਤੋਂ, ਕਿਸ ਜ਼ੁਬਾਨ ਤੋਂ ਸਵਾਲ ਕਰ ਰਿਹਾ ਮੇਰੇ ਲਈ। ਸੋ ਉਹ ਜਿਹੜੇ ਸਵਾਲ ਸੀ, ਉਹਨਾਂ ਸਵਾਲਾਂ ਨੂੰ ਹੱਲ ਕਰਨਾ ਮੇਰੇ ਮਨ ਦੇ ਵਿੱਚ ਆਪਣੇ ਆਪ ਨਾਲ ਸਵਾਲ ਪੈਦਾ ਹੋ ਗਿਆ, ਇੱਕ ਤਾਂਘ ਜ਼ਰੂਰ ਖੜੀ ਹੋਈ, ਜਜ਼ਬਾ ਬਣ ਗਿਆ ਕਿ ਮਨਾ ਇਸ ਚੀਜ਼ ਦੇ ਉੱਤੇ ਆਪਾਂ ਨੇ ਕੰਮ ਕਰਨਾ। ਦੂਜਾ ਡਰ ਜਦੋਂ ਚਿਹਰੇ ਤੋਂ ਨਜ਼ਰ ਆਉਂਦਾ ਸੀ ਤਾਂ ਮੈਂ ਸੋਚਣਾ ਕਿ ਯਾਰ ਮੇਰੇ ਮਨ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਭੇਦਭਾਵ ਹੈਗਾ ਹੀ ਨਹੀਂ, ਕਿਉਂਕਿ ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਇਹੋ ਜਿਹਾ ਡਰ ਸੀ ਕਿ ਯਾਰ ਮੁਸਲਮਾਨਾਂ ਦਾ ਮੁੰਡਾ ਕਿਤੇ ਸਿੱਖ ਇਤਿਹਾਸ ਨੂੰ ਆਪਣੇ ਤਰੀਕੇ ਢਾਲ ਕੇ ਤੋੜ ਕੇ ਨਾ ਪੇਸ਼ ਕਰੇ, ਕਿਉਂਕਿ ਅਕਸਰ ਇਸ ਤਰ੍ਹਾਂ ਦੇ ਸਵਾਲ ਜਿਹੜੇ ਹੈਗੇ ਆ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਸਾਡੇ ਸਾਹਮਣੇ ਵੀ ਆਉਂਦੀਆਂ, ਟਾਈਮ ਟੂ ਟਾਈਮ ਆਉਂਦੀਆਂ ਵੀ ਰਹੀਆਂ ਨੇ ਤੇ ਆ ਵੀ ਰਹੀਆਂ ਨੇ, ਕੋਸ਼ਿਸ਼ਾਂ ਹੋਈਆਂ ਨੇ। ਸੋ ਉਹ ਆਪਣੇ ਡਰ ਤੋਂ ਸਹੀ ਸੀ। ਤੇ ਇਸੇ ਤਰ੍ਹਾਂ ਜੁੜਦੀ ਗੱਲ, ਕੁਛ ਮੁਸਲਮਾਨ ਪਰਿਵਾਰ ਸੀ ਜਿਹੜੇ ਇਹ ਸੋਚਦੇ ਸੀ ਯਾਰ ਤੂੰ ਮੁਸਲਮਾਨ ਹੋ ਕੇ ਸਿੱਖਾਂ ਲਈ ਕੰਮ ਕਰ ਰਿਹਾ, ਤੂੰ ਕਿਉਂ ਕੰਮ ਕਰ ਰਿਹਾ? ਮੈਂ ਕਹੂੰਗਾ ਕਿ ਜਿਹੜੇ ਸਵਾਲ ਕਰਨ ਵਾਲੇ ਸੀ ਉਹ ਕਿਸੇ ਵੀ ਧਰਮ ਦੇ ਸੀ, ਜਿਹੜੇ ਵੀ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਮੇਰੇ ਪ੍ਰਤੀ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਹੋਣਗੀਆਂ ਆਪਣੀ ਤਰ੍ਹਾਂ ਦੀਆਂ। ਖੈਰ ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਂ ਉਸ ਮਸਲੇ ਨੂੰ ਹੱਲ ਕਰਨਾ, ਉਸ ਸਵਾਲ ਨੂੰ ਹੱਲ ਕਰਨਾ ਕਿ ਲੋਕਾਂ ਦੇ ਵਿੱਚ ਸਾਂਝ ਦਾ, ਮੁਹੱਬਤ ਦਾ ਸੁਨੇਹਾ ਜਾ ਸਕੇ, ਕਿਉਂਕਿ ਅਸੀਂ ਇਸ ਧਰਤੀ ਦੇ ਉੱਤੇ ਰਹਿ ਰਹੇ ਹਾਂ,
ਇਸ ਸੋਹਣੇ ਪੰਜਾਬ ਦੇ ਵਸਿੰਦੇ ਆ ਤੇ ਇੱਥੇ ਜਿੰਨਾ ਚਿਰ ਠੰਡ ਵਰਤਦੀ ਰਹੂਗੀ ਉਹਨਾਂ ਚਿਰ ਸਾਡਿਆਂ ਕਾਲਜਾਂ 'ਚ ਠੰਡ ਹੈ। ਉਹਨਾਂ ਚਿਰ ਅਸੀਂ ਤੰਦਰੁਸਤ ਹਾਂ, ਉਹਨਾਂ ਚਿਰ ਅਸੀਂ ਆਪਦੀ ਖੁਸ਼ਹਾਲ ਭਰੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਸੋ ਉਸ ਤਰ੍ਹਾਂ ਦੇ ਸਵਾਲ ਸੀ, ਕਿਉਂਕਿ ਸਿੱਖ ਇਤਿਹਾਸ ਨੂੰ ਜਦੋਂ ਪੜ੍ਹਿਆ ਜਾਂ ਮੈਂ ਜਿੰਨੇ ਇੱਕ ਵਿਦਵਾਨ ਲੋਕਾਂ ਦੇ ਨਾਲ ਸੰਗਤ ਕੀਤੀ ਜਾਂ ਆਮ ਲੋਕਾਂ 'ਚ ਵਿਚਰਿਆ ਤਾਂ ਉਦੋਂ ਇਹ ਸਵਾਲ ਹੁੰਦਾ ਸੀ ਤੇ ਉਸੇ ਸਵਾਲ ਦਾ ਹੱਲ ਹੈ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ ਕਿਤਾਬ। ਜੀ ਚਲੋ ਠੀਕ ਹੈ, ਵਿਸਥਾਰ ਸਹਿਤ ਤੁਸੀਂ ਜਿਹੜੀ ਆ ਸਵਾਲ ਦਾ ਜਵਾਬ ਦਿੱਤਾ। ਮੈਂ ਅੱਗੇ ਹੁਣ ਆਪਾਂ ਵਧਾਂਗੇ ਕਿ ਕਿਤਾਬ ਜਿਹੜੀ ਤੁਸੀਂ ਲਿਖੀ ਹੈਗੀ ਆ ਇਸ ਦੇ ਬਾਰੇ ਕੁਝ ਚਾਨਣਾ ਜ਼ਰੂਰ ਪਾਓ, ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ। ਬੇਸਿਕਲੀ ਤੁਸੀਂ ਇਹਦੇ ਵਿੱਚ ਕਿਹੜੇ ਪੈਰਾਮੀਟਰਸ ਲਏ ਨੇ, ਕੀ ਬੇਸ ਰੱਖਿਆ ਹੈਗਾ ਕਿ ਸਾਂਝ ਦਾ ਅਗਰ ਸਾਂਝ ਹੈ ਤਾਂ ਯਕੀਨੀ ਤੌਰ ਤੇ ਕਿਸੇ ਨਾ ਕਿਸੇ ਬੇਸ ਦੇ ਉੱਪਰ ਤਾਂ ਜ਼ਰੂਰ ਟਿਕੀ ਹੋਏਗੀ। ਜੀ ਬਿਲਕੁਲ। ਕੀ ਬੇਸ ਹੈ ਉਸ ਦਾ? ਹਾਂ, ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਬੇਸ ਇਹੀ ਬਣਦਾ ਕਿ ਸਿੱਖ ਧਰਮ ਤੇ ਇਸਲਾਮ ਧਰਮ ਦੇ ਵਿੱਚ ਇੱਕ ਰੱਬ ਨੂੰ ਮੰਨਿਆ ਜਾਂਦਾ। ਇੱਕ ਰੱਬ ਨੂੰ ਮੰਨਦੀ ਹੈ ਇਹ ਜਿਹੜੀਆਂ ਦੋਵੇਂ ਕੌਮਾਂ ਨੇ। ਦੂਜੀ ਗੱਲ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਕੇ ਆਪਾਂ 10ਵੀਂ ਪਾਤਸ਼ਾਹੀ ਤੱਕ ਜਾਂਦੇ ਹਾਂ ਤਾਂ ਉਸ ਕਾਲ ਦੌਰਾਨ ਵੱਖੋ ਵੱਖਰੀਆਂ ਜਿਹੜੀਆਂ ਮੁਸਲਮਾਨ ਸ਼ਖਸੀਅਤਾਂ ਸੀ ਉਹਨਾਂ ਦੀ ਗੁਰੂ ਸਾਹਿਬ ਦੇ ਨਾਲ ਕਿਸ ਤਰ੍ਹਾਂ ਦੀ ਸਾਂਝ ਰਹੀ, ਉਹ ਕਿਵੇਂ ਸਾਂਝ ਬਣੀ ਤੇ ਉਹਨਾਂ ਦਾ ਜਿਹੜਾ ਐਜ ਇੱਕ ਇਨਸਾਨੀਅਤ ਨਾਤੇ ਜਾਂ ਇੱਕ ਮਹਾਨ ਸ਼ਖਸੀਅਤ ਹੋਣ ਦੇ ਨਾਤੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੁਨੇਹਾ ਸੀ, ਜਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਦੌਰਾਨ ਉਹ ਸਮੇਂ ਦੌਰਾਨ ਜਿਹੜੀਆਂ ਕਿਸ ਤਰ੍ਹਾਂ ਦੀਆਂ ਘਟਨਾਵਾਂ ਘਟੀਆਂ ਜਿਨ੍ਹਾਂ ਤੋਂ ਸਾਡੇ ਸਾਹਮਣੇ ਇੱਕ ਸਾਂਝ ਦਾ ਸੁਨੇਹਾ ਉੱਭਰ ਕੇ ਸਾਹਮਣੇ ਆਉਂਦਾ, ਇੱਕ ਮੁਹੱਬਤੀ ਸੁਨੇਹਾ ਸਾਡੇ ਸਾਹਮਣੇ ਆਉਂਦਾ। ਜਿਵੇਂ ਕਿ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਜਿਹੜੇ ਦਾਈ ਸੀਗੇ ਮਾਈ ਦੌਲਤਾਂ ਜੀ ਸੀ। ਦੂਜੀ ਗੱਲ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਪਾਂ ਰੱਬ ਰੁਤਬੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਇਹ ਵੀ ਗੱਲ ਨਾਲ ਜੁੜਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਰੱਬ ਰੁਤਬਾ ਸੀ ਉਹ 3 ਸ਼ਖਸੀਅਤਾਂ ਵੱਲੋਂ ਪਹਿਲ ਦੇ ਆਧਾਰ ਤੇ ਪਹਿਲਾਂ ਦਿੱਤਾ ਗਿਆ ਸੀ, ਜਿਨ੍ਹਾਂ ਦੇ ਵਿੱਚ ਭਾਈ ਮਰਦਾਨਾ ਜੀ ਹੋ ਗਏ ਜਿਹੜੇ ਕਿ ਗੁਰੂ ਸਾਹਿਬ ਤੋਂ 10 ਸਾਲ ਵੱਡੇ ਸੀ, ਮਾਈ ਦੌਲਤਾਂ ਜੀ ਹੋ ਗਏ ਤੇ ਰਾਏ ਬਲਾਰ ਜੀ ਹੋ ਗਏ। ਕਿਉਂਕਿ 3 ਸ਼ਖਸੀਅਤਾਂ ਇਦਾਂ ਦੀਆਂ ਸੀ ਜਿਨ੍ਹਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਤੋਂ ਰੱਬ ਦਾ ਜਿਹੜਾ ਨੂਰ ਨਜ਼ਰ ਆਇਆ, ਦੀਦਾਰ ਹੋਏ ਹਨਾ ਜੀ। ਸੋ ਉੱਥੋਂ ਇਹ ਜਿਹੜਾ ਸਾਡੀ ਸਾਂਝ ਦਾ ਸੁਨੇਹਾ ਉੱਭਰ ਕੇ ਸਾਹਮਣੇ ਆਉਂਦਾ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਨਾਲ ਸੰਬੰਧਿਤ ਸੀ। ਉਹ ਤਿੰਨੋਂ ਜਿਹੜੀਆਂ ਸ਼ਖਸੀਅਤਾਂ ਸੀ ਤਿੰਨੋਂ ਹੀ ਇਸਲਾਮਿਕ ਸਨ ਹਨਾ। ਇੱਥੋਂ ਇਹ ਸਾਂਝ ਦਾ ਇਸ ਤੋਂ ਵੱਡਾ ਸੁਨੇਹਾ ਮੈਨੂੰ ਲੱਗਦਾ ਨਹੀਂ ਕਿ ਹੈਗਾ ਕਿ ਦੂਜੇ, ਜਿਵੇਂ ਕਿ ਹੁਣ ਮੈਂ ਇਹ ਕਹਿ ਸਕਦਾ ਕਿ ਮੈਂ ਜੇ ਸਿੱਖ ਧਰਮ ਨੂੰ ਮੁਹੱਬਤ ਕਰਦਾ ਤਾਂ ਕਿਉਂ ਕਰਦਾ, ਕਿਉਂਕਿ ਮੇਰੇ ਅੰਦਰ ਇਹ ਚੀਜ਼ ਦਾ ਇੱਕ ਚਾਨਣ ਹੈ ਕਿ ਯਾਰ ਸਾਡਾ ਫਰਜ਼ ਹੈ ਅਸੀਂ ਚੰਗੀ ਚੀਜ਼ ਨੂੰ ਉਭਾਰ ਕੇ ਸਾਹਮਣੇ ਲੈ ਕੇ ਆਈਏ ਤੇ ਜੇ ਕੋਈ ਚੀਜ਼ ਊਣੀ ਹੈ, ਊਣਤਾਈ ਹੈ, ਉਹਨੂੰ ਜੇ ਹੋ ਸਕਦਾ ਤਾਂ ਥੋੜਾ ਜਿਹਾ ਪਰੋਖੇ ਕਰਦੇ, ਉਹਨੂੰ ਉਸ ਤਰੀਕੇ ਨਾਲ ਉਭਾਰੀਏ ਕਿ ਜਿਸ ਦੇ ਨਾਲ ਕੁੜੱਤਣ ਪੈਦਾ ਹੋ ਜੇ ਲੋਕਾਂ ਦੇ ਵਿੱਚ। ਸਿਆਣਾ ਬੰਦਾ ਉਹ ਹੁੰਦਾ ਕਿ ਤੁਹਾਡੀਆਂ ਕਮੀਆਂ ਲੁਕੋ ਕੇ ਤੁਹਾਨੂੰ ਹੋਰ ਉਤਸ਼ਾਹਿਤ ਕਰੇ ਚੰਗੇ ਕੰਮਾਂ ਦੇ ਲਈ, ਤਾਂ ਜੋ ਤੁਸੀਂ ਹੋਰ ਜਜ਼ਬੇ ਜਨੂਨ ਦੇ ਨਾਲ ਅੱਗੇ ਵੱਧ ਸਕੋ। ਜੀ ਅੱਛਾ ਅਲੀ ਜੀ, ਬੜਾ ਦਿਲਚਸਪ ਤੁਸੀਂ ਗੱਲ ਕੀਤੀ ਹੈ ਕਿ ਸਾਂਝ ਦੀ ਗੱਲ ਹੋ ਰਹੀ ਹੈ। ਜਿਹੜੀਆਂ ਕੁੜੱਤਣਾਂ ਦੀ ਗੱਲ ਹੈਗੀ ਹੈ ਜਾਂ ਜਿਹੜੇ ਉਹ ਕੌੜੇ ਪਲ ਹੈਗੇ ਨੇ, ਚਾਹੇ ਉਹ ਮੁਗਲ ਕਾਲ ਦੇ ਸਮੇਂ ਹੋਵੇ ਜਾਂ 1947 ਦੀ ਵੰਡ ਹੋਵੇ, ਉਹਨਾਂ ਦੇ ਬਾਰੇ ਚਰਚਾ ਬਹੁਤ ਹੁੰਦੀ ਹੈ, ਚਾਹੇ ਉਹ ਮੀਡੀਆ ਦੇ ਵਿੱਚ ਹੋਵੇ, ਅਖਬਾਰਾਂ ਦੇ ਵਿੱਚ, ਚਾਰੇ ਪਾਸੇ ਆਮ ਚਰਚਾ ਚੱਲਦੀ ਰਹਿੰਦੀ ਹੈ। ਪਰ ਦੂਜੇ ਪਾਸੇ ਅਗਰ ਜਿਵੇਂ ਤੁਸੀਂ ਇਹ ਉਪਰਾਲਾ ਕੀਤਾ ਕਿ ਸਾਂਝ ਦੀ ਗੱਲ ਕੀਤੀ ਜਾਵੇ ਤਾਂ ਉਹ ਤੱਤ ਤਾਂ ਤੁਹਾਨੂੰ ਬੜੇ ਆਸਾਨੀ ਨਾਲ ਮਿਲਣਗੇ ਜਿਹੜੇ ਕੁੜੱਤਣ ਵਾਲੇ ਨੇ, ਕਿਉਂਕਿ ਆਮ ਪ੍ਰਚਲਨ ਦੇ ਵਿੱਚ ਨੇ। ਸਾਂਝ ਵਾਲੇ ਤੱਥ ਇਕੱਠੇ ਤੁਸੀਂ ਕਿਵੇਂ ਕੀਤੇ ਤੇ ਕੀ ਔਕੜਾਂ ਮੁਸ਼ਕਲਾਂ ਤੁਹਾਨੂੰ ਸਾਹਮਣਾ ਉਹਨਾਂ ਦਾ ਕਰਨਾ ਪਿਆ? ਅਸਲ ਦੇ ਵਿੱਚ ਮੇਰੀ ਕੋਸ਼ਿਸ਼ ਇਹ ਰਹੀ ਹੈ, ਕਿਉਂਕਿ ਕਈ ਵਾਰੀ ਆਪਣਾ ਆਪਣਾ ਨਜ਼ਰੀਆ ਲਿਖਣ ਦਾ ਆਪਣਾ ਇੱਕ ਸਟਾਈਲ ਹੁੰਦਾ ਹਰ ਇੱਕ ਸ਼ਖਸ ਦਾ, ਜਿਹੜਾ ਬੰਦਾ ਕਲਮ ਚਲਾਉਂਦਾ ਹੁੰਦਾ। ਕੁਝ ਲੋਕ ਤਾਂ ਸਿਰਫ ਕਿਤਾਬਾਂ ਪੜ੍ਹ ਕੇ ਲਿਖਦੇ ਆ, ਕੁਝ ਲੋਕ ਸਿਰਫ ਕਿਤਾਬਾਂ ਪੜ੍ਹੇ ਤੋਂ ਬਿਨਾਂ ਵਿਚਰ ਕੇ ਲਿਖਦੇ ਆ। ਪਰ ਮੇਰੇ 'ਚ ਇਹ ਜਨੂਨ ਹੈ, ਮੇਰੇ ਅੰਦਰ ਇਸ ਚੀਜ਼ ਦਾ ਬੜਾ ਇਹ ਕਹਿ ਸਕਦਾ ਕਿ ਹੌਸਲਾ ਕਿ ਮੈਂ ਪੜ੍ਹਦਾ ਵੀ ਹਾਂ ਤੇ ਉਹਨਾਂ ਸਥਾਨਾਂ ਦੀ ਪੜਚੋਲ ਵੀ ਕਰਦਾ। ਜਦੋਂ ਵੱਡਾ ਘੱਲੂਘਾਰਾ ਲਿਖਿਆ ਸੀ, ਪਹਿਲਾਂ ਮੈਂ ਟੋਟਲੀ ਇਸੇ ਤਰ੍ਹਾਂ ਜਦੋਂ ਸਿੱਖ ਇਤਿਹਾਸ ਲਿਖਿਆ, ਸਾਰੇ ਨੂੰ ਸਾਂਝਾਂ ਦੀ ਗੱਲ ਕੀਤੀ ਤਾਂ ਸਾਰੇ ਇਤਿਹਾਸ ਨੂੰ ਪਹਿਲਾਂ ਪੜ੍ਹਿਆ, ਫਿਰ ਉਹ ਸਾਰੀਆਂ ਚੀਜ਼ਾਂ ਅੰਡਰਲਾਈਨ ਕਰਕੇ ਫਿਰ ਮੈਂ ਉਹਨਾਂ ਸਥਾਨਾਂ ਤੇ ਪਹੁੰਚਿਆ, ਉੱਥੇ ਮੌਕੇ ਦੇਖੇ ਜਾਂ ਉਹਨਾਂ ਜਿਹੜੇ ਉੱਥੋਂ ਦੇ
ਵਸਿੰਦੇ ਸੀ ਜਾਂ ਉੱਥੋਂ ਦੇ ਜਿਹੜੇ ਇਤਿਹਾਸਕ ਤੱਥ ਸੀ ਜੁੜਦੇ ਮਿਲਦੇ ਸੀ, ਉਹਨਾਂ ਦੀ ਸਹੀ ਪੜਚੋਲ ਇਹ ਕੀਤੀ। ਕਿਉਂਕਿ ਗੱਲ ਇਹ ਹੈ, ਜਦੋਂ ਤੁਸੀਂ ਕੋਈ ਕਿਰਤ ਕਰ ਲਈ, ਜਦੋਂ ਕੋਈ ਤੁਸੀਂ ਰਚਨਾ ਲਿਖ ਲਈ, ਤਾਂ ਉਹ ਇੱਕ ਦਸਤਾਵੇਜ਼ ਬਣ ਗਿਆ। ਉਹ ਸਾਲਾਂ ਬੱਧੀ ਲੋਕਾਂ ਦੇ ਵਿੱਚ, ਪਾਠਕਾਂ ਦੇ ਵਿੱਚ ਰਹਿਣਾ। ਉਹਦੇ 'ਚ ਜੇਕਰ ਅੱਧ ਅਧੂਰੀ ਜਾਣਕਾਰੀ ਹੋਈ ਤਾਂ ਉਹ ਤੁਹਾਨੂੰ ਤਾਂ ਦੇਖੋ ਉਸ ਚੀਜ਼ ਦਾ ਸਾਹਮਣਾ, ਔਕੜ ਦਾ ਜਾਂ ਉਸ ਕਠਿਨਾਈ ਦਾ ਸਾਹਮਣਾ ਕਰਨਾ ਹੀ ਪੈਣਾ। ਤੇ ਜਿਹੜੇ ਲੋਕ ਉਸ ਚੀਜ਼ ਨੂੰ ਪੜ੍ਹ ਕੇ ਅਗਿਆਨੀ ਹੋਣਗੇ, ਉਹਨਾਂ ਲਈ ਵੀ ਤੁਸੀਂ ਔਕੜਾਂ ਕੰਡੇ ਬੀਜ ਰਹੇ ਹੋ। ਤੇ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਚੰਗੀ ਚੀਜ਼ ਲੈ ਕੇ ਜਾਓਗੇ, ਪੜਚੋਲ ਕਰਕੇ ਜਾਓਗੇ, ਉਹ ਤੱਥਾਂ ਦੇ ਆਧਾਰ ਤੇ ਗੱਲ ਕਰੋਗੇ, ਤਾਂ ਤੁਹਾਡਾ ਜਿਹੜਾ ਸਤਿਕਾਰ, ਅਦਬ ਹੈ, ਹੋਰ ਵੀ ਵਾਧਾ ਹੋਊਗਾ ਉਸ ਚੀਜ਼ ਦੇ ਵਿੱਚ। ਸੋ ਮੇਰੀ ਜਿਹੜੀ ਇਹ ਸੀ ਕਿ ਮੈਂ ਉਸ ਸਮੇਂ ਦੇ ਵਿੱਚ ਉਹ ਵਿਚਰਿਆ, ਉਹ ਪੜ੍ਹਿਆ। ਉਸ ਪੜ੍ਹਨ ਤੋਂ ਬਾਅਦ ਫਿਰ ਮੈਂ ਸਾਰੇ ਨੂੰ ਉਸ ਚੀਜ਼ ਦੀ ਸਾਰੇ ਦੀ ਪੜਚੋਲ ਕੀਤੀ, ਜਿੱਥੇ ਜੋ ਪੜ੍ਹਿਆ ਉਹਨੂੰ ਇੱਕ ਜਗ੍ਹਾ ਇਕੱਠਾ ਕਰਕੇ ਉਹਦੇ 'ਚੋਂ ਪੜਚੋਲ ਕੀਤੀ ਕਿ ਕਿਹੜੇ ਤੱਥ ਉਸ ਸਮੇਂ ਦੇ ਨਾਲ ਮਿਲਦੇ ਜੁਲਦੇ ਸਹੀ ਨੇ। ਉਹਨਾਂ ਤੱਥਾਂ ਤੋਂ ਬਾਅਦ ਜੋ ਸਹੀ ਨਿਚੋੜ, ਜਿਵੇਂ ਆਪਾਂ ਪੜ੍ਹਾਈ ਦੌਰਾਨ ਪੜ੍ਹਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਕਿ ਕੇਂਦਰੀ ਭਾਵ ਕੱਢਣਾ, ਉਹ ਸਾਰਾ ਕੇਂਦਰੀ ਭਾਵ ਕੱਢਿਆ। ਜੇ ਮੈਂ 10 ਕਿਤਾਬਾਂ ਪੜ੍ਹੀਆਂ ਤਾਂ 10 ਦਾ ਕੇਂਦਰੀ ਭਾਵ ਕੱਢਿਆ। ਪੂਰੇ ਪੜਚੋਲ ਕਰਨ ਤੋਂ ਬਾਅਦ ਤਾਂ ਜਾ ਕੇ ਮੈਂ ਇਸ ਕਿਤਾਬ ਨੂੰ ਸੰਗਠਿਤ ਕੀਤਾ, ਤਾਂ ਜਾ ਕੇ ਮਤਲਬ ਪਾਠਕਾਂ ਤੱਕ ਲੈ ਕੇ ਜਾ ਸਕਿਆ। ਤਦੇ ਮੈਨੂੰ ਲੱਗਦਾ ਕਿ ਜੇਕਰ ਸਹੀ ਜਾਣਕਾਰੀ ਹੈ ਜਾਂ ਸਹੀ ਤੱਥ ਨੇ, ਤਦੇ ਲੋਕ ਇਸ ਕਿਤਾਬ ਨੂੰ ਪੜ੍ਹ ਵੀ ਰਹੇ ਨੇ, ਮੈਨੂੰ ਉਤਸ਼ਾਹਿਤ ਵੀ ਕਰ ਰਹੇ ਨੇ। ਤੇ ਪੰਜਾਬੀ ਦੇ ਵਿੱਚ ਕੰਗ ਸਾਹਿਬ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਮੈਂ, ਕਿ ਇਸ ਤਰ੍ਹਾਂ ਦੀ ਪਹਿਲੀ ਕਿਤਾਬ ਹੈ ਕਿ ਜਿਸ ਕਿਤਾਬ ਨੂੰ ਇੱਕ ਲੇਖਕ ਤੋਂ ਬਿਨਾਂ ਵਿਦੇਸ਼ਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਆਪਣੇ ਤੌਰ ਤੇ ਪੰਜਾਬ ਦੀਆਂ ਜਿਹੜੀਆਂ ਸੰਸਥਾਵਾਂ ਨੇ ਆਪਣੇ ਪੱਧਰ ਦੇ ਉੱਤੇ ਜਾ ਕੇ ਲੋਕਾਂ ਦੇ ਵਿੱਚ ਵੰਡ ਰਹੀਆਂ ਨੇ, ਤਾਂ ਜੋ ਸਾਡਾ ਜਿਹੜਾ ਆਪਸੀ ਭਾਈਚਾਰਾ ਦੇ ਵਿੱਚ ਹੋਰ ਨੇੜਤਾ ਹੋ ਸਕੇ, ਹੋਰ ਜਿਹੜਾ ਸਹਿਯੋਗ ਹੋ ਸਕੇ। ਇਹਦੇ ਵਿੱਚ ਜਿਹੜਾ ਵੱਡਾ ਰੋਲ ਮੈਂ ਕਹੂੰਗਾ ਕਿ ਬਹੁਤ ਨਾਂ ਨੇ, ਜੇ ਮੈਂ ਜ਼ਿਕਰ ਕਰਨ ਖੜਾ ਤਾਂ ਇਹਦੇ ਵਿੱਚ ਜਿਹੜਾ ਵੱਡਾ ਰੋਲ ਹੈ ਸਾਡੇ IPS ਇਕਬਾਲ ਸਿੰਘ ਗਿੱਲ ਨੇ। ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਭਾਈ ਸ਼ੇਰ ਸਿੰਘ ਜੀ, ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ। ਕਿਉਂਕਿ ਮੈਂ ਸਮੇਂ-ਸਮੇਂ ਮੈਨੂੰ ਇਹ ਲੱਗਦਾ ਕਿ ਤੁਸੀਂ ਵਿਦਵਾਨ ਲੋਕਾਂ ਦੀ ਜਦੋਂ ਸੰਗਤ ਕਰਦੇ ਹੋ, ਚੰਗੇ ਲੋਕਾਂ ਦੇ ਵਿੱਚ ਵਿਚਰਦੇ ਹੋ, ਤੁਹਾਨੂੰ ਸਮੇਂ-ਸਮੇਂ ਸਿਖਾਉਂਦੇ ਵੀ ਆ ਤੇ ਉਹ ਤੁਹਾਨੂੰ ਵਿਚਰਨਾ ਦੱਸਦੇ ਆ ਕਿ ਇਸ ਕੰਮ ਨੂੰ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤੁਹਾਡੇ ਸਲਾਹੀਏ ਹੁੰਦੇ ਆ। ਇਸ ਰੋਲ ਦੇ ਵਿੱਚ ਭਾਈ ਸ਼ੇਰ ਸਿੰਘ ਜੀ ਦੇ ਪਰਿਵਾਰ ਦਾ ਵੱਡਾ ਰੋਲ ਰਿਹਾ, ਕਿਉਂਕਿ ਉਹ ਆਪ ਵੀ ਜਿਸ ਤਰ੍ਹਾਂ ਨਿਰਸਵਾਰਥ ਦੇ ਤੌਰ ਦੇ ਉੱਤੇ ਸੰਗਤ ਨੂੰ ਆਪਣੇ ਨਾਲ ਨਹੀਂ ਸੀ ਜੋੜਦੇ, ਉਹ ਬਾਣੀ ਨਾਲ ਜੋੜਦੇ ਸੀ। ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਦੱਸੀ ਕਿ ਅਲੀ, ਜੇਕਰ ਤੂੰ ਨਿਰਸਵਾਰਥ ਹੋ ਕੇ ਇਮਾਨਦਾਰੀ ਦੇ ਨਾਲ ਤੇ ਪੂਰੀ ਪੜਚੋਲ ਦੇ ਨਾਲ ਜੋ ਵੀ ਕਿਰਤ ਲੈ ਕੇ ਜਾਏਗਾ, ਸੰਗਤ ਜਾਊਗੀ, ਤਾਂ ਤੁਹਾਨੂੰ ਮੈਂ ਕਹਿੰਦਾ ਲਿਖਤੀ ਰੂਪ 'ਚ ਦੇਣ ਨੂੰ ਤਿਆਰ ਹਾਂ ਕਿ ਲੋਕ ਤੁਹਾਡੀ ਚੀਜ਼ ਨੂੰ ਪ੍ਰਵਾਨ ਵੀ ਕਰਨਗੇ, ਤੁਹਾਨੂੰ ਸਹਿਯੋਗ ਵੀ ਕਰਨਗੇ। ਜੀ ਅੱਛਾ ਅਲੀ ਜੀ, ਹੁਣ ਪੁਸਤਕ ਦੀ ਗੱਲ ਕਰੀਏ ਤਾਂ ਕਿਹੜੇ ਸਿੱਖ ਇਤਿਹਾਸ ਦੇ ਉਹ ਕਿੱਸੇ ਨੇ ਜਿਹੜੇ ਤੁਸੀਂ ਇਹਦੇ ਵਿੱਚ ਜਿਨ੍ਹਾਂ ਦਾ ਉਲੇਖ ਕੀਤਾ ਹੈਗਾ, ਕਲਮਬੱਧ ਕੀਤੇ ਹੈਗੇ, ਉਹਨਾਂ ਦੇ ਬਾਰੇ ਚਾਨਣਾ ਜ਼ਰੂਰ ਪਾਓ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿਹੜਾ ਸਿੱਖ ਇਤਿਹਾਸ ਚੱਲਿਆ ਹੈਗਾ, ਇੱਕ ਤੁਸੀਂ ਜ਼ਿਕਰ ਕੀਤਾ ਰਾਏ ਬੁਲਾਰ ਉਹਨਾਂ ਦਾ, ਮਾਈ ਦੌਲਤਾਂ ਦਾ ਤੇ ਭਾਈ ਮਰਦਾਨਾ ਜੀ ਦਾ, ਹੋਰ ਕਿਹੜੇ ਕਿੱਸੇ ਨੇ ਜਿਹੜੇ ਇਸ ਸਾਂਝ ਨੂੰ ਬੜਾ ਮਜ਼ਬੂਤੀ ਦਿੰਦੇ ਨੇ, ਉਹ ਥੰਮ ਦਿੰਦੇ ਨੇ ਜਿਹਦੇ ਉੱਪਰ ਇਹ ਸਾਂਝ ਟਿਕੀ ਹੋਈ ਹੈ? ਜੀ ਇਹਦੇ ਵਿੱਚ ਜੇਕਰ ਆਪਾਂ ਜ਼ਿਕਰ ਕਰੀਏ, ਮਤਲਬ ਸ਼ਖਸੀਅਤਾਂ ਲਗਭਗ 80 ਦੇ ਕਰੀਬ ਨੇ ਜਿਨ੍ਹਾਂ ਦਾ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ। ਪਰ ਮੈਂ ਕੁਝ ਕੁ ਇੱਦਾਂ ਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਬਾਰੇ ਕਾਫੀ ਘੱਟ ਸੰਗਤ ਨੂੰ ਪਤਾ ਹੋਊਗਾ, ਘੱਟ ਲੋਕਾਂ ਨੂੰ ਪਤਾ ਹੋਊਗਾ। ਕਿਉਂਕਿ ਜੇਕਰ ਸੈਫੂਦੀਨ ਜੀ ਦੀ ਆਪਾਂ ਗੱਲ ਕਰ ਲਈਏ, ਜਿਨ੍ਹਾਂ ਨੇ ਬਹਾਦਰਗੜ੍ਹ ਵਸਾਇਆ ਸੀ, ਬਹਾਦਰਗੜ੍ਹ ਦਾ ਨਾਂ ਪਹਿਲਾਂ ਸੈਫਾਬਾਦ ਸੀ, ਤਾਂ ਉਹਨਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਬੇਅੰਤ ਸਾਂਝ ਸੀ। ਕਿਉਂਕਿ ਸੈਫੂਦੀਨ ਜੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪਹਿਲਾਂ ਬਹੁਤ ਕੁਝ ਸੁਣ ਚੁੱਕੇ ਸੀ। ਤੇ ਇਹਦੇ ਨਾਲ ਇੱਕ ਜੁੜਦੀ ਗੱਲ ਮੈਂ ਹੋਰ ਕਰਾਂ ਜੇਕਰ ਤੁਹਾਡੇ ਨਾਲ ਸਾਂਝੀ, ਮਾਲਵੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਕਾਫੀ ਆਮਦ ਰਹੀ ਹੈ। ਕਿਉਂਕਿ ਪ੍ਰਚਾਰ ਦੌਰਾਨ ਜਿਹੜਾ ਜ਼ਿਆਦਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਮਾਲਵੇ ਦੇ ਵਿੱਚ ਵਿਚਰਿਆ। ਸ਼ਾਇਦ ਇਸ ਕਰਕੇ ਸੈਫੂਦੀਨ ਜੀ ਜ਼ਿਆਦਾ ਜਾਣਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਾਂ ਉਹਨਾਂ ਨੇ ਇੱਕ ਸ਼ਖਸੀਅਤ ਸੀ ਉਹਨਾਂ ਦੇ ਨਾਲ, ਉਹਨਾਂ ਦੇ ਮੂੰਹੋਂ ਜ਼ੁਬਾਨ ਤੋਂ ਸੁਣਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ। ਇਹ ਵੀ ਸੁਣਨ 'ਚ ਸਾਡੇ ਇਤਿਹਾਸਕਾਰ ਦੱਸਦੇ ਆ। ਤੇ ਜਦੋਂ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਸੈਫੂਦੀਨ ਜੀ ਕੋਲੇ ਆਏ, ਇਸ ਚੀਜ਼ ਦੀ ਜਦੋਂ ਖਬਰ ਸੈਫੂਦੀਨ ਜੀ ਨੂੰ ਮਿਲੀ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ, ਤਾਂ ਉਹਨਾਂ ਨੇ ਬਹਾਦਰਗੜ੍ਹ, ਜਿਹਦਾ ਉਸ ਸਮੇਂ ਨਾਂ ਸੈਫਾਬਾਦ ਸੀ, ਉਸ ਦੀ ਜੂਹ ਦੇ ਉੱਤੇ ਖੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਵਾਗਤ ਕੀਤਾ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਘੋੜੇ ਦੀ ਕਾਠੀ ਤੋਂ ਪੈਰ ਥੱਲੇ ਲਾਉਣ ਲੱਗੇ,
ਤਾਂ ਸੈਫੂਦੀਨ ਜੀ ਨੇ ਜਵਾਬ ਦਿੱਤਾ ਕਿ ਤੁਸੀਂ ਘੋੜੇ ਦੀ ਕਾਠੀ ਤੋਂ ਪੈਰ ਥੱਲੇ ਨਹੀਂ ਲਾਉਣਾ, ਮੈਂ ਤੁਹਾਡੇ ਘੋੜੇ ਦੀ ਲਗਾਮ ਫੜ ਕੇ ਮੂਹਰੇ ਮੂਹਰੇ ਤੁਰੂੰਗਾ। ਇਹ ਇੱਕ ਸਾਡੀ ਸਾਂਝ ਦਾ, ਇੱਕ ਮੁਹੱਬਤ ਦਾ, ਇੱਕ ਸ਼ਖਸੀਅਤ ਨੂੰ ਮੁਹੱਬਤ ਕਰਨ ਦਾ ਸੁਨੇਹਾ ਸਾਡੇ ਸਾਹਮਣੇ ਆਉਂਦਾ ਹੈ। ਤੇ ਇਸੇ ਤਰ੍ਹਾਂ ਸਮੇਂ-ਸਮੇਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਦੂਰ ਦਰਾਡੇ, ਉਹਨਾਂ ਦੀ ਆਪਸੀ ਇੰਨੀ ਜ਼ਿਆਦਾ ਨੇੜਤਾ ਹੋ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦੂਰ ਦਰਾਡੇ ਕਿਤੇ ਵੀ ਜਾਂਦੇ, ਉੱਥੋਂ ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗਣੀ, ਕੋਈ ਸੌਗਾਤ ਲੱਗਣੀ, ਤਾਂ ਉਹ ਸੈਫੂਦੀਨ ਜੀ ਦੇ ਲਈ ਜਾਂ ਤਾਂ ਆਪ ਲੈ ਕੇ ਆਉਂਦੇ ਰਹੇ ਜਾਂ ਫਿਰ ਆਪਣੇ ਕਿਸੇ ਨਾ ਕਿਸੇ ਸ਼ਰਧਾਲੂ ਦੇ ਜ਼ਰੀਏ ਸੈਫੂਦੀਨ ਜੀ ਤੱਕ ਪੁੱਜਦੀ ਕਰਦੇ ਰਹੇ। ਇਸੇ ਤਰ੍ਹਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ਹੀਦੀ ਦੇਣ ਲਈ, ਸੀਸ ਦੇਣ ਦੇ ਲਈ ਗਏ ਸੀ, ਤਾਂ ਉਹਨਾਂ ਨੇ ਜਾਂਦੇ ਜਾਂਦੇ ਇੱਕ ਠਹਿਰ ਫਿਰ ਸੈਫੂਦੀਨ ਜੀ ਕੋਲੇ ਕੀਤੀ ਸੀ। ਤੇ ਇਸ ਠਹਿਰ ਬਾਰੇ ਜਦੋਂ ਮੁਗਲ ਜਿਹੜੇ ਉਦੋਂ ਦੇ ਸੀਗੇ ਉਹਨਾਂ ਨੂੰ ਖਬਰ ਹੋਈ, ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪੈੜ ਨੱਪਦੇ ਨਪਾਉਂਦੇ ਉਹ ਸੈਫੂਦੀਨ ਜੀ ਦੇ ਕੋਲੇ ਆ ਗਏ। ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਲੇ ਖਬਰ ਮਿਲੀ ਹੈ ਸਾਨੂੰ ਕਿ ਤੁਹਾਡੇ ਕੋਲੇ ਗੁਰੂ ਤੇਗ ਬਹਾਦਰ ਸਾਹਿਬ ਠਹਿਰੇ ਹੋਏ ਨੇ, ਕਿਉਂਕਿ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜਾ ਚੁੱਕੇ ਸੀ ਉੱਥੋਂ। ਤਾਂ ਜਦੋਂ ਉਹਨਾਂ ਨੇ ਮੁਗਲਾਂ ਨੇ ਸਵਾਲ ਕੀਤਾ ਸੈਫੂਦੀਨ ਜੀ ਨੂੰ ਕਿ ਕਿੱਥੇ ਨੇ ਗੁਰੂ ਤੇਗ ਬਹਾਦਰ ਸਾਹਿਬ, ਤਾਂ ਜਿਸ ਦਿਸ਼ਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਗਏ ਸੀ ਉਸ ਤੋਂ ਬਿਲਕੁਲ ਉਲਟ ਦਿਸ਼ਾ ਨੂੰ ਤੋਰ ਕੇ ਪਹਿਲਾਂ ਤਾਂ ਇਸ ਤਰੀਕੇ ਦੇ ਨਾਲ ਸੈਫੂਦੀਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵਫਾ ਨਿਭਾਈ। ਤੇ ਉਸ ਤੋਂ ਬਾਅਦ ਜਦੋਂ ਦਿੱਲੀ ਤੋਂ ਇਹ ਖਬਰ ਮਿਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਹੋਣ ਦੀ ਸੈਫੂਦੀਨ ਜੀ ਨੂੰ, ਤਾਂ ਉਹਨਾਂ ਨੇ 40 ਦਿਨ, ਜਿਹਨੂੰ ਆਪਾਂ ਪੰਜਾਬ ਕਰਕੇ ਬੋਲਦੇ ਹਾਂ ਸਵਾ ਮਹੀਨਾ, ਕਾਲੇ ਕੱਪੜੇ ਪਾ ਕੇ ਸੋਗ ਚ ਡੁੱਬੇ ਰਹੇ ਹੋ। ਇਸ ਚੀਜ਼ ਦਾ ਮਾਤਮ ਮਨਾਇਆ ਉਹਨਾਂ ਨੇ। 40 ਵੀ ਕਹਿ ਦਿੰਦੇ, 40 ਵੀ ਕਹਿੰਦੇ ਆ ਜ਼ਿਆਦਾ ਕਰ। ਤਾਂ ਜਿਹੜੀਆਂ ਇਹ ਚੀਜ਼ਾਂ ਨੇ, ਇਹ ਵੀ ਸਾਡੀ ਮੁਹੱਬਤ ਨੂੰ, ਸਾਡੀਆਂ ਜਿਹੜੀਆਂ ਦੋਵੇਂ ਧਰਮਾਂ ਦੀਆਂ ਜਿਹੜੀਆਂ ਦੂਰੀਆਂ ਨੇ ਉਹਨੂੰ ਨੇੜਤਾ ਵੱਲ ਵਧਾਉਂਦੀਆਂ ਨੇ, ਉਹਨੂੰ ਹੋਰ ਨੇੜੇ ਕਰਦੀਆਂ ਨੇ। ਕਿਉਂਕਿ ਜਦੋਂ ਸਿਆਣੇ ਅਕਸਰ ਕਰ ਆਪਾਂ ਪਿੰਡਾਂ 'ਚ ਵੀ ਦੇਖਦੇ ਹਾਂ, ਜਦੋਂ ਸਾਡੇ ਕਿਸੇ ਕਹਿ ਦਿੰਦੇ ਸੀ ਸਾਡੇ ਦਾਦੇ ਦਾ ਆੜੀ ਸੀ ਜਾਂ ਦੋਸਤ ਸੀ, ਫਿਰ ਉਹ ਪਰਿਵਾਰ ਉਹਨੂੰ ਦਾਦਾ, ਦੂਜੇ ਪਰਿਵਾਰ ਜਿਹੜਾ ਸਾਂਝਾ ਵਾਲਾ ਪਰਿਵਾਰ ਸੀ, ਉਹ ਇੱਕ ਦੂਜੇ ਨੂੰ ਤਾਇਆ ਚਾਚਾ ਕਰਕੇ ਸੰਬੋਧਿਤ ਹੁੰਦਾ ਸੀ ਰਿਸ਼ਤਿਆਂ ਦੇ ਵਿੱਚ। ਬਿਲਕੁਲ ਬਿਲਕੁਲ। ਉਹ ਅੱਜ ਵੀ ਬਹੁਤ ਪਰਿਵਾਰਾਂ 'ਚ, ਬਹੁਤ ਪਿੰਡਾਂ 'ਚ ਦੇਖਣ ਨੂੰ ਮਿਲਦੇ ਆ। ਇਸੇ ਤਰ੍ਹਾਂ ਜੇਕਰ ਅਸੀਂ ਉਹਨਾਂ ਰਿਸ਼ਤਿਆਂ ਦੀ ਗੱਲ ਕਰ ਲਈਏ, ਇਤਿਹਾਸਕ ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਤਾਂ ਸਾਡਾ ਦੋਵੇਂ ਕੌਮਾਂ ਦਾ ਨੇੜ ਦਾ ਰਿਸ਼ਤਾ ਹੋਣਾ ਸੁਭਾਵਿਕ ਸੀ। ਇਸੇ ਤਰ੍ਹਾਂ ਜੇਕਰ ਆਪਾਂ ਹੋਰ ਇਤਿਹਾਸ ਨੂੰ ਪਰਚੋਲੀਏ, ਹੋਰ ਚੀਜ਼ਾਂ ਨੂੰ ਦੇਖੀਏ ਜਾ ਕੇ ਡੂੰਘਾਈ ਦੇ ਵਿੱਚ, ਤਾਂ ਇਸੇ ਤਰ੍ਹਾਂ ਸਾਡੇ ਸਾਹਮਣੇ ਮਾਈ ਮੁਮਤਾਜ਼ ਦਾ ਜ਼ਿਕਰ ਵੀ ਆਉਂਦਾ। ਮਾਈ ਮੁਮਤਾਜ਼ ਬਾਰੇ ਮੈਂ ਕਹਿੰਦਾ, ਮੈਨੂੰ ਉਮੀਦ ਹੈ ਕਿ ਜਾਣਨਾ ਤਾਂ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ, ਕਿਉਂਕਿ ਮੂੰਹ ਬੋਲੇ ਰਿਸ਼ਤੇ ਦੇ ਉੱਤੇ ਜ਼ਿੰਦਗੀ ਨਿਭਾਉਣੀ ਬਹੁਤ ਔਖੀ ਹੁੰਦੀ ਆ ਹਰ ਇੱਕ ਬੰਦੇ ਦੇ ਲਈ। ਜਦੋਂ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਕੋਟਲਾ ਨਿਹੰਗ ਖਾਂ ਦੇ ਕਿਲੇ ਦੇ ਵਿੱਚ ਪਹੁੰਚੇ ਸੀ, ਤਾਂ ਬਹੁਤ ਉਹਨਾਂ ਦੀ ਜਿਹੜੀ ਦਸ਼ਾ ਸੀ ਬਹੁਤ ਗੰਭੀਰ ਸਥਿਤੀ ਦੇ ਵਿੱਚ ਸੀ। ਕਿਉਂਕਿ ਇੱਕ ਪਾਸੇ ਮੁਗਲਾਂ ਦਾ ਦਬਦਬਾ ਸੀ, ਦੂਜੇ ਪਾਸੇ ਜੇਕਰ ਕੋਈ ਵੀ ਪਰਿਵਾਰ ਉਹਨਾਂ ਸਮਿਆਂ ਦੇ ਵਿੱਚ ਕੋਈ ਦੂਜਾ ਦੂਜੇ ਦੀ ਮਦਦ ਕਰਦਾ ਸੀ, ਤਾਂ ਉਹਦੇ ਉੱਤੇ ਆਂਚ ਆਉਂਦੀ ਸੀ। ਉਹਨਾਂ ਸਮਿਆਂ 'ਚ ਸਰਕਾਰ ਕਿਤੇ ਨਾ ਕਿਤੇ ਘੇਰੇ 'ਚ ਲੈਂਦੀ, ਘੇਰੇ 'ਚ ਵਿੱਚ ਲੈ ਕੇ ਉਹਦਾ ਮੈਂ ਕਹਿੰਦਾ ਉਸ ਨੌਬਤ ਤੱਕ ਵੀ ਜਾਂਦੀ ਸੀ ਕਿ ਉਹਨੂੰ ਮਾਰ ਦੇਣ ਤੱਕ ਵੀ ਗਈ ਹੈ। ਇਹਦੀ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਗੱਲ ਦੱਸੂਗਾ, ਉਹਦੇ ਨਾਲ ਜੁੜਦੀ ਗੱਲ ਵੀ, ਕਿ ਇਸ ਤਰ੍ਹਾਂ ਵੀ ਕਤਲ ਵੀ ਹੋਏ ਨੇ ਇਸ ਤਰ੍ਹਾਂ ਕਿਸੇ ਨਾਲ ਵਫਾ ਨਿਭਾਉਣ ਬਦਲੇ। ਤਾਂ ਜਦੋਂ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਇੱਥੇ ਆਏ ਸੀ, ਤਾਂ ਗੰਭੀਰ ਸਥਿਤੀ ਦੇ ਵਿੱਚ, ਮੈਂ ਜਿਵੇਂ ਦੱਸ, ਇਹ ਤੁਸੀਂ ਚਮਕੌਰ ਦੀ ਗੜੀ ਜਿਸ ਵੇਲੇ ਜੰਗ ਹੋਈ ਹੈ ਉਸ ਦਾ ਜ਼ਿਕਰ ਕਰ ਰਹੇ ਹੋ, ਉਸ ਤੋਂ ਬਾਅਦ ਜਿਹੜੇ ਭਾਈ ਬਚਿੱਤਰ ਸਿੰਘ ਜੀ ਇੱਥੇ ਜਦੋਂ ਆਏ ਸੀ, ਤਾਂ ਇਸ ਚੀਜ਼ ਦਾ ਜਦੋਂ ਮੁਗਲਾਂ ਨੂੰ ਪਤਾ ਲੱਗਿਆ, ਉਹਨਾਂ ਨੇ ਪੈੜ ਨੱਪਣੀ ਸ਼ੁਰੂ ਫਿਰ ਇਸੇ ਤਰ੍ਹਾਂ ਕੀਤੀ ਜਿਵੇਂ ਤੁਹਾਨੂੰ ਮੈਂ ਸੈਫੂਦੀਨ ਜੀ ਦੀ ਗੱਲ ਕਰਕੇ ਹਟਿਆ। ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕਿਲੇ ਦੇ ਵਿੱਚ ਭਾਈ ਬਚਿੱਤਰ ਸਿੰਘ ਕਿਸੇ ਸਿੰਘ ਦੇ ਆਉਣ ਦੀ ਖਬਰ ਹੋਈ ਹੈ ਸਾਨੂੰ। ਤਾਂ ਜਿਹੜੇ ਉਹ ਸੀਗੇ ਸਿਪਾਹੀ ਸੀ, ਮੁਗਲ ਸਿਪਾਹੀ ਸੀ, ਤਾਂ ਕੋਟਲਾ ਨਿਹੰਗ ਖਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਲੇ ਦੀ ਤਲਾਸ਼ੀ ਲੈ ਲਓ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ। ਤਾਂ ਉਹਨਾਂ ਦਾ ਇੱਕ ਇਸ ਤਰ੍ਹਾਂ ਦਾ ਕਮਰਾ ਸੀ ਜਿੱਥੇ ਭਾਈ ਬਚਿੱਤਰ ਸਿੰਘ ਦੀ ਜਿਹੜੀ ਮੱਲਮ ਪੱਟੀ ਆ, ਉਹਨਾਂ ਦੀ ਆਪਣੀ ਸਪੁੱਤਰੀ ਕੋਟਲਾ ਨਿਹੰਗ ਖਾਂ, ਉਹਨਾਂ ਦੀ ਜਿਹੜੀ ਆਪਣੀ ਸਪੁੱਤਰੀ ਸੀ ਮਾਈ ਮੁਮਤਾਜ਼, ਉਹ ਮੱਲਮ ਪੱਟੀ ਕਰ ਰਹੀ ਸੀ। ਜਦੋਂ ਮੁਗਲਾਂ ਨੇ ਉਹਨਾਂ ਨੂੰ ਸਾਰੇ ਕਿਲੇ ਦੀ ਪੜਚੋਲ ਕਰਨ ਤੋਂ ਬਾਅਦ ਪੁੱਛਿਆ ਗਿਆ ਕਿ ਜਿਹੜਾ ਆਹ ਕਮਰਾ ਸੀ ਇਸ ਦੀ ਵੀ ਤਲਾਸ਼ੀ ਲੈਣੀ ਆ, ਤਾਂ ਇਸ ਚੀਜ਼ ਦੇ ਵਿੱਚ ਜਿਹੜੇ ਕੋਟਲਾ ਨਿਹੰਗ ਖਾਂ ਸੀ ਉਹਨਾਂ ਨੇ ਕਿਹਾ ਵੀ ਮੇਰੀ ਧੀ ਤੇ ਅੰਦਰ ਜਵਾਈ ਆਰਾਮ ਕਰ ਰਹੇ ਨੇ, ਮੁਸਾਫਿਰ ਨੇ ਸਾਡੇ, ਉਹ ਦੂਰੋਂ ਆਏ ਨੇ ਚੱਲ ਕੇ ਕਿਤੇ, ਉਹਨਾਂ ਨੂੰ ਮੈਂ ਜਗਾ ਨਹੀਂ ਸਕਦਾ। ਤਾਂ ਆਵਾਜ਼ ਦੇ ਕੇ ਸਗੋਂ ਉਹਨਾਂ ਦੀ ਤਸੱਲੀ ਦੇ ਲਈ, ਮੁਗਲ ਸਿਪਾਹੀਆਂ ਦੀ ਤਸੱਲੀ ਦੇ ਲਈ ਉਹਨਾਂ ਨੇ ਇੱਕ ਵਾਰੀ ਆਵਾਜ਼ ਵੀ ਦਿੱਤੀ ਕਿ ਮੁਸਾਫਿਰ ਜਾਗਦੇ ਆ ਕਿ ਸੁੱਤੇ ਆ। ਤਾਂ ਅੰਦਰੋਂ ਆਵਾਜ਼ ਆਈ ਸੀ ਕਿ ਮੁਸਾਫਿਰ ਆਰਾਮ ਫਰਮਾ ਰਹੇ ਨੇ।
ਮਾਈ ਮੁਮਤਾਜ਼ ਦੇ ਜਿਹੜਾ ਇਹ ਸੁਨੇਹਾ ਸੀ ਅੰਦਰੋਂ, ਤਾਂ ਉਹਨਾਂ ਨੇ ਕਿਹਾ, ਉਹਨਾਂ ਨੂੰ ਯਕੀਨ ਹੋ ਗਿਆ ਮੁਗਲ ਸਿਪਾਹੀਆਂ ਨੂੰ, ਉਹ ਇੱਥੋਂ ਜਾ ਚੁੱਕੇ ਸੀ। ਤੇ ਇਸ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਭਾਈ ਬਚਿੱਤਰ ਜੀ ਸ਼ਹੀਦ ਹੋ ਜਾਂਦੇ ਨੇ। ਜਦੋਂ ਸਮਾਂ ਪਾ ਕੇ ਸਮੇਂ ਦੇ ਨਾਲ ਹਰ ਚੀਜ਼ ਬਦਲੀ, ਬਦਲਣ ਦੇ ਨਾਲ ਜਦੋਂ ਸਮਾਂ ਆਇਆ ਤਾਂ ਕੋਟਲਾ ਨਿਹੰਗ ਖਾਂ ਆਪਣੀ ਬੇਟੀ ਮਾਈ ਮੁਮਤਾਜ਼ ਦਾ ਜਦੋਂ ਨਿਕਾਹ ਕਰਾਉਣ ਲੱਗੇ, ਨਿਕਾਹ ਪੜਾਉਣ ਵਾਲੀ ਗੱਲ ਚੱਲੀ, ਤਾਂ ਮਾਈ ਮੁਮਤਾਜ਼ ਨੇ ਜਵਾਬ ਦੇਤਾ ਕਿ ਅੱਬਾ ਜਾਨ ਮੈਂ ਵਿਆਹ ਨਹੀਂ ਕਰਾਉਣਾ। ਉਹਨੂੰ ਪੁੱਛਿਆ ਗਿਆ ਕਿ ਤੂੰ ਵਿਆਹ ਕਿਉਂ ਨਹੀਂ ਕਰਾਉਣਾ? ਉਹਨੇ ਉਸ ਵਕਤ ਨੂੰ ਯਾਦ ਕਰਵਾਇਆ ਜਦੋਂ ਭਾਈ ਬਚਿੱਤਰ ਸਿੰਘ ਉਹਨਾਂ ਦੀ ਮੱਲਮ ਪੱਟੀ ਕਰ ਰਹੀ ਸੀ ਉਸ ਕਮਰੇ ਦੇ ਵਿੱਚ, ਜਦੋਂ ਮੁਗਲ ਤਲਾਸ਼ੀ ਲੈਣ ਆਏ ਸੀ। ਤਾਂ ਮਾਈ ਮੁਮਤਾਜ਼ ਦੇ ਪਿਤਾ ਕੋਟਲਾ ਨਿਹੰਗ ਖਾਂ ਨੇ ਕਿਹਾ ਸੀ ਕਿ ਮੇਰੀ ਧੀ ਤੇ ਜਵਾਈ ਪਿਆ, ਅੱਬਾ ਜਾਨ ਤੁਸੀਂ ਉਹ ਸਮਾਂ ਯਾਦ ਕਰੋ। ਮੈਂ ਤਾਂ ਉਸ ਦਿਨ ਵਿਧਵਾ ਹੋ ਗਈ ਸੀ ਜਦੋਂ ਭਾਈ ਬਚਿੱਤਰ ਸਿੰਘ ਹੁਣੀ ਸ਼ਹੀਦ ਹੋ ਗਏ, ਤੇ ਮੈਂ ਦੁਬਾਰੇ ਵਿਆਹ ਕਰਵਾ ਕੇ ਉਸ ਪਾਕ ਰਿਸ਼ਤੇ ਨੂੰ ਦਾਗ ਨਹੀਂ ਲਾਉਣਾ ਹੁਣ। ਤੁਸੀਂ ਮੂੰਹ ਬੋਲਿਆ ਰਿਸ਼ਤਾ ਮੈਨੂੰ ਦਿੱਤਾ ਸੀ, ਮੇਰੀ ਝੋਲੀ ਪਾਇਆ ਸੀ, ਮੈਂ ਉਸ ਰਿਸ਼ਤੇ ਦੇ ਸਿਰ ਦੇ ਉੱਤੇ ਸਾਰੀ ਜ਼ਿੰਦਗੀ ਇਬਾਦਤ ਲੇਖੇ ਲਾ ਕੇ ਟਾਈਮ ਕੱਟੂੰਗੀ, ਤੁਸੀਂ ਮੈਨੂੰ ਇਹ ਕਰਨ ਲਈ ਨਾ ਕਹੋ। ਸੋ ਇਸ ਤਰ੍ਹਾਂ ਦੀਆਂ ਸਾਂਝਾਂ ਨੇ, ਇਹ ਸਾਡੇ ਲਈ ਕਿੱਡੀ, ਇੱਕ ਮੂੰਹ ਬੋਲੇ ਰਿਸ਼ਤੇ ਦੇ ਉੱਤੇ ਕਿੱਡੀ ਵੱਡੀ ਇੱਕ ਸਾਂਝ ਉਸਰਦੀ ਹੈ, ਪੂਰੀ ਜ਼ਿੰਦਗੀ ਲਗਾ ਦੇਣੀ ਉਸ ਚੀਜ਼ ਦੇ ਉੱਪਰ। ਇਹ ਸਾਡੇ ਲਈ ਕਿੱਡੀ ਵੱਡੀ ਇੱਕ, ਮੈਂ ਕਹਿ ਸਕਦਾ ਕਿ ਸਾਂਝ ਦਾ ਸੁਨੇਹਾ ਸਾਡੇ ਲਈ। ਇਸੇ ਤਰ੍ਹਾਂ ਜਦੋਂ ਤੁਸੀਂ ਗੱਲ ਕਰਦੇ ਹੋ, ਮੈਂ ਵਿੱਚ ਗੱਲ ਕਰ ਰਿਹਾ ਸੀ ਕਿ ਜਦੋਂ ਕੋਈ ਵੀ ਬੰਦਾ ਕਿਸੇ ਦੇ ਨਾਲ ਸਾਂਝ ਨਿਭਾਉਂਦਾ ਸੀ, ਵਫਾ ਨਿਭਾਉਂਦਾ ਸੀ, ਤਾਂ ਉਸ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦਾ ਪੀਰ ਬਣ ਕੇ ਨਿਕਲੇ ਇੱਥੋਂ ਗਏ ਆ ਉਸ ਵਕਤ, ਤਾਂ ਉਸ ਮੌਕੇ ਦੇ ਉੱਤੇ ਕਾਜੀ ਚਿਰਾਗਦੀਨ ਸੀਗੇ ਅਜਨੇਰ ਪਿੰਡ ਦੇ। ਜਦੋਂ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਮੁਗਲਾਂ ਦੇ ਨਾਕੇ ਦੇ ਉੱਤੇ ਪੁੱਛਤਾਛ ਕੀਤੀ ਗਈ ਸੀ ਕਿ ਇਹ ਕੌਣ ਨੇ, ਤਾਂ ਉਹਨਾਂ ਦੀ ਤਸੱਲੀ ਲਈ ਕਿਹਾ ਗਿਆ ਸੀ ਕਿ ਇਹ ਉੱਚ ਦਾ ਪੀਰ ਨੇ। ਤੇ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਸਨਾਖਤ ਦੇ ਲਈ ਅਜਨੇਰ ਤੋਂ ਜਿਹੜੇ ਕਾਜੀ ਸੀ ਉਹਨਾਂ ਨੂੰ ਸੱਦਿਆ, ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇੜਲੇ ਮਿੱਤਰਾਂ ਚੋਂ ਸੀ। ਜਦੋਂ ਸਨਾਖਤ ਦੌਰਾਨ ਸੱਦਿਆ ਗਿਆ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਛਾਣ ਵੀ ਲਿਆ, ਪਰ ਉਹਨਾਂ ਨੇ ਵੀ ਇਹ ਕਹਿ ਕੇ ਹਾਂ ਚ ਹਾਂ ਮਿਲਾਉਂਦਿਆਂ ਹਾਂ ਕੀਤੀ ਕਿ ਇਹ ਸੱਚੀ ਮੁੱਚੀ ਉੱਚ ਦਾ ਪੀਰ ਨੇ। ਸਮਾਂ ਪਾ ਕੇ ਜਦੋਂ ਇਸ ਚੀਜ਼ ਦੀ ਖਬਰ ਮੁਗਲਾਂ ਨੂੰ ਹੋਈ ਸੀ ਕਿ ਕਾਜੀ ਚਿਰਾਗਦੀਨ ਜਿਹੜਾ ਕਿ ਸਾਡੇ ਕੋਲੇ ਝੂਠ ਬੋਲ ਕੇ ਗਿਆ, ਤਾਂ ਉਹ ਇੱਕ ਦਿਨ ਨਮਾਜ਼ ਪੜ੍ਹ ਰਿਹਾ ਸੀ, ਨਮਾਜ਼ ਅਤਾ ਕਰ ਰਿਹਾ ਸੀ, ਤਾਂ ਉਹਦਾ ਵੀ ਕਤਲ ਕਰ ਦਿੱਤਾ ਗਿਆ ਸੀ। ਸੋ ਸਾਂਝ ਨਿਭਾਉਣ ਬਦਲੇ, ਮੁਹੱਬਤ ਨਿਭਾਉਣ ਬਦਲੇ ਕਈਆਂ ਨੂੰ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਣੇ ਪਏ ਆ। ਜੇ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ, ਇਹਦੇ ਚ ਮਾਫ ਕਰਨਾ ਅਲੀ, ਮੈਂ ਤੁਹਾਨੂੰ ਰੋਕ ਰਿਹਾ, ਇਹ ਬੜਾ ਅਹਿਮ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਕਾਜ਼ੀ ਨੇ ਪਛਾਣ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਉੱਚ ਦੇ ਪੀਰ ਬਣ ਕੇ ਗਏ ਨੇ, ਉਸ ਦੇ ਵਿੱਚੋਂ ਇੱਕ ਚੀਜ਼ ਬੜੀ ਬਰੀਕੀ ਨਾਲ ਨਿਕਲ ਕੇ ਸਾਹਮਣੇ ਆਉਂਦੀ ਆ। ਉਹ ਇਹ ਹੈ ਕਿ ਹਕੂਮਤ, ਬੇਸ਼ੱਕ ਕੋਈ ਵੀ ਹਕੂਮਤ ਹੈ ਜੀ, ਚਾਹੇ ਅੱਜ ਕੋਈ ਹਕੂਮਤ ਆ ਜਾਂ ਪਹਿਲਾਂ ਕੋਈ ਹਕੂਮਤ ਰਹੀ ਹੋਵੇ, ਹਕੂਮਤ ਇਹ ਦਾਅਵਾ ਕਰਦੀ ਹੈ ਕਿ ਉਹ ਜਿਹੜਾ ਰਾਜਾ ਬੈਠਾ ਹੈਗਾ ਤਖਤ ਤੇ, ਜਿਹੜਾ ਉਹਦਾ ਧਰਮ ਹੈਗਾ, ਉਸ ਧਰਮ ਦੀ ਪ੍ਰਫੁੱਲਤਾ ਦੇ ਲਈ ਬੜਾ ਕੰਮ ਕਰ ਰਿਹਾ, ਉਸ ਧਰਮ ਦੇ ਵਿਸਥਾਰ ਦੇ ਲਈ ਬੜਾ ਕੰਮ ਕਰ ਰਿਹਾ ਹੈਗਾ। ਪਰ ਜਦੋਂ ਕੋਈ ਅਜਿਹੀ ਗੱਲ ਆਉਂਦੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਕਾਜ਼ੀ ਚਿਰਾਗਦੀਨ ਨੇ, ਤਾਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਹੁਣ ਹਕੂਮਤ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਉਹ ਆਪਣੇ ਦੀਨ ਈਮਾਨ ਦੇ ਵਿੱਚ, ਧਰਮ ਦੇ ਵਿੱਚ ਕਿੰਨੇ ਕੁ ਪੱਕੇ ਨੇ। ਗੱਲ ਇੱਥੇ ਖੜਦੀ ਹੈ ਕਿ ਵਫਾਦਾਰ ਹਕੂਮਤ ਦੇ ਪ੍ਰਤੀ ਕਿੰਨੇ ਨੇ, ਹੈਗੇ ਨੇ ਜਾਂ ਹੈ ਨਹੀਂ ਗੇ। ਬਿਲਕੁਲ। ਤਾਂ ਉਹ ਵੀ ਇੱਕ ਪੁਆਇੰਟ ਦੇਖਣ ਵਾਲਾ ਹੈਗਾ ਵੀ ਜਿਹੜੀਆਂ ਹਕੂਮਤਾਂ ਆਪਣਾ ਰਾਜ ਕਾਇਮ ਕਰਦੀਆਂ ਨੇ, ਉਹ ਵਫਾਦਾਰੀ ਦੇ ਸਿਰ ਤੇ ਕਾਇਮ ਕਰਦੀਆਂ ਨੇ, ਨਾ ਕਿ ਲੋਕਾਂ ਦੇ ਇਖਲਾਕ ਕਿੱਥੇ ਤੱਕ ਨੇ, ਉਸ ਚੀਜ਼ ਬਾਰੇ ਦੇਖਿਆ ਜਾਵੇ। ਜੀ, ਇਹਦੇ ਨਾਲ ਜੁੜਦੀ ਬਿਲਕੁਲ ਮੈਨੂੰ ਇੱਕ ਜਿਹੜੀ ਗੱਲ ਮੈਂ ਮਹਿਸੂਸ ਕਰਦਾ ਕਿ ਜੋ ਸਮੇਂ ਦਾ ਸ਼ਾਸਕ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ, ਪਹਿਲੀ ਗੱਲ ਤਾਂ, ਕਿਉਂਕਿ ਉਹ ਜੇ ਧਰਮਾਂ ਨਾਲ ਜੁੜ ਕੇ ਦੇਖਦਾ ਫਿਰ ਉਹ ਆਪਣੇ ਮਨਾਈਆਂ ਨਹੀਂ ਕਰ ਸਕਦਾ। ਇਸਲਾਮ ਦੀ ਸਰਾਹ ਦੇ ਵਿੱਚ ਕਿਤੇ ਵੀ ਨਹੀਂ ਆਉਂਦਾ ਕਿ ਬੰਦੇ ਨੂੰ ਬੰਦਾ ਮਾਰ ਦੇਵੇ। ਜੇ ਕਾਜੀ ਚਿਰਾਗਦੀਨ ਜੀ ਦੀ ਆਪਾਂ ਜਿਵੇਂ ਗੱਲ ਕਰਕੇ ਆਏ ਆ ਕਿ ਉਹਨਾਂ ਨੇ ਸਰਾਹ ਦੇ ਜਾ ਕੇ ਉਲਟ ਕੋਈ ਫੈਸਲਾ ਨਹੀਂ ਸੀ ਲਿਆ, ਉਹ ਸ਼ਾਇਦ ਉਸ ਸਮੇਂ ਦੇ ਸ਼ਾਸਕ ਨੂੰ ਇਹ ਤਾਂ ਲੱਗਿਆ ਹੋਊਗਾ ਕਿ ਮੇਰੇ ਤੋਂ ਉਲਟ ਗਿਆ, ਕਿਉਂਕਿ ਜੇਕਰ ਉਹਦੀ ਗੱਲ ਮੰਨ ਲੈਂਦਾ ਫਿਰ ਸ਼ਰਾਹ ਤੋਂ ਉਲਟ ਚਲੇ ਜਾਣਾ ਸੀ ਉਹਨੇ, ਇਸਲਾਮ ਤੋਂ ਬਿਲਕੁਲ ਉਲਟ ਜਾਂਦਾ, ਬੇਸ਼ੱਕ ਫਿਰ ਉਹ ਖੁਦਾ ਦਾ ਗੁਨਾਹਗਾਰ ਸੀ। ਹੁਣ ਉਹ ਜਿਵੇਂ ਇਸਲਾਮ ਦੇ ਵਿੱਚ ਮੰਨਿਆ ਜਾਂਦਾ ਕਿ ਤੁਸੀਂ ਮਰਨੀ ਮਰ ਜਾਓ, ਪਰ ਸਰਾਹ ਤੋਂ ਉਲਟ ਨਹੀਂ ਜਾਣਾ।
ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਾਜੀ ਚਿਰਾਗ ਦੀਨ ਨੇ ਵਫਾ ਨਿਭਾਈ ਆਪਣੇ ਧਰਮ ਨੂੰ ਲੈ ਕੇ। ਇਸੇ ਤਰ੍ਹਾਂ ਜਦੋਂ ਆਪਾਂ ਗੱਲ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਕਰਦੇ ਹਾਂ, ਜਿਨ੍ਹਾਂ ਨੂੰ ਹਾ ਦਾ ਨਾਰਾ ਕਰਕੇ ਯਾਦ ਕੀਤਾ ਜਾਂਦਾ, ਮਲੇਰਕੋਟਲੇ ਦੇ ਨਵਾਬ ਮਲੇਰਕੋਟਲਾ ਜੀ ਨੂੰ ਯਾਦ ਕੀਤਾ ਜਾਂਦਾ। ਤਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਚੱਲਦੀ ਹੈ, ਲਸਾਨੀ ਸ਼ਹਾਦਤ ਦੀ ਜ਼ਿਕਰ ਹੁੰਦਾ ਜਦੋਂ ਕਿਤੇ, ਕਿ ਉਹਨਾਂ ਨੂੰ ਅਸੀਂ ਭੁਲਾ ਨਹੀਂ ਸਕਦੇ, ਕਿਉਂਕਿ ਕਿਸੇ ਦੀ ਗਲਤ ਨੂੰ ਗਲਤ ਕਹਿਣਾ ਵੀ ਜਿਗਰਾ ਕਰਨਾ ਵੀ ਵੱਡਾ ਹੁੰਦਾ। ਉਹ ਇੱਕ ਛੋਟੇ ਜਿਹੇ ਸਲਤਨਤ ਦੇ ਸੀਗੇ ਮਾਲਕ, ਤੇ ਔਰੰਗਜ਼ੇਬ ਬਹੁਤ ਵੱਡੀ ਦੁਨੀਆ ਤੇ ਰਾਜ ਕਰ ਰਿਹਾ ਸੀ, ਤੇ ਉਸ ਦੇ ਵਿਰੁੱਧ ਜਾ ਕੇ ਉਹਨੂੰ ਜਾ ਕੇ ਦੱਸਣਾ ਕਿ ਤੂੰ ਗਲਤ ਹੈ, ਉਹਨੂੰ ਇਸ ਚੀਜ਼ ਦਾ ਹਲੂਣਾ ਦੇਣਾ ਕਿ ਤੁਸੀਂ ਗਲਤ ਕਰ ਰਹੇ ਹੋ, ਇਹ ਵੀ ਕੋਈ ਛੋਟੀ ਗੱਲ ਨਹੀਂ ਸੀ। ਇਸੇ ਕਰਕੇ ਉਹਨਾਂ ਨੂੰ ਹਾ ਦਾ ਨਾਰਾ ਕਰਕੇ ਯਾਦ ਕੀਤਾ ਜਾਂਦਾ। ਕਿਉਂਕਿ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੂੰ ਬਦਲਾ ਲੈ ਲੈ ਆਪਣਾ, ਹੁਣ ਜਿਹੜੇ ਗੁਰੂ ਦੇ ਬੱਚੇ ਨੇ ਸਾਡੇ ਕੋਲੇ ਨੇ, ਤੂੰ ਆਪਦਾ ਜੋ ਕਰਨਾ ਕਰ ਸਕਦਾ, ਤਾਂ ਉਹਨਾਂ ਨੇ ਸ਼ੇਰ ਮੁਹੰਮਦ ਖਾਨ ਨੇ ਇੱਕ ਗੱਲ ਬੇਬਾਕੀ ਨਾਲ ਕਹੀ ਸੀ ਕਿ ਜੇਕਰ ਮੈਂ ਬਦਲਾ ਲਊਂਗਾ ਤਾਂ ਇਹਨਾਂ ਦੇ ਪਿਤਾ ਤੋਂ ਜੰਗੇ ਮੈਦਾਨ ਦੇ ਵਿੱਚ ਬਦਲਾ ਲਊਂਗਾ, ਮੈਂ ਜ਼ੁਲਮ ਨਹੀਂ ਕਰੂੰਗਾ, ਮੈਂ ਇਸਲਾਮ ਤੋਂ ਉਲਟ ਜਾ ਕੇ ਕੋਈ ਫੈਸਲਾ ਨਹੀਂ ਲਊਂਗਾ, ਕਿਉਂਕਿ ਮੈਂ ਖੁਦਾ ਨੂੰ ਮੂੰਹ ਦਿਖਾਉਣਾ, ਮੈਂ ਰੱਬ ਨੂੰ ਮੂੰਹ ਦਿਖਾਉਣਾ, ਮੈਂ ਗਲਤ ਕੰਮ ਨਹੀਂ ਕਰੂੰਗਾ। ਸੋ ਉਸ ਚੀਜ਼ ਦੀ ਇਹ ਗਵਾਹੀ ਭਰਨੀ ਕਿ ਇਸਲਾਮ ਤੋਂ ਉਲਟ ਨਾ ਜਾਣਾ, ਗਲਤ ਨੂੰ ਗਲਤ ਕਹਿ ਦੇਣਾ, ਇਹ ਇੱਕ ਮੁਹੱਬਤੀ ਸੁਨੇਹਾ ਸਾਡੇ ਲਈ। ਸ਼ੇਰ ਮੁਹੰਮਦ ਖਾਨ ਦੀ ਇਸ ਲਈ ਲੋਕ ਉਸਤਤ ਕਰਦੇ ਆ, ਇਸ ਲਈ ਜ਼ਿਕਰ ਕਰਦੇ ਆ ਕਿ ਉਹਨਾਂ ਨੇ ਉਸ ਮੌਕੇ ਦੇ ਸ਼ਾਸਕ ਦੇ ਵਿਰੁੱਧ ਇਹ ਗੱਲ ਕਹੀ। ਮੈਂ ਤੁਹਾਨੂੰ ਦੱਸ ਦਵਾਂ ਕਿ ਉਸ ਮੌਕੇ ਇਹ ਗੱਲ ਸ਼ਬਦਾਂ ਤੱਕ ਸੀਮਿਤ ਨਹੀਂ ਸੀ। ਜੀ ਜ਼ਰੂਰ। ਇਹ ਖੱਤ ਦੇ ਜ਼ਰੀਏ ਉਹਨਾਂ ਨੇ ਜ਼ਿਕਰ ਕਰਿਆ ਸੀ ਕਿ ਤੁਸੀਂ ਜ਼ੁਲਮ ਕਰ ਰਹੇ ਹੋ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਉਰਦੂ ਦੇ ਵਿੱਚ ਹੈ ਇਹ, ਉਰਦੂ ਦੇ ਵਿੱਚ ਹੈ ਖੱਤ। ਇਹਦਾ ਅਸੀਂ ਇਸ ਕਿਤਾਬ ਦੇ ਵਿੱਚ ਪੰਜਾਬੀ ਉਲੱਥਾ ਵੀ ਕਰਕੇ ਛਾਪਿਆ। ਜੀ 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 ਜੀ, ਹਨਾ। ਸੋ ਜਿਹੜੀਆਂ ਇਹੋ ਜਿਹੀਆਂ ਸਾਂਝਾਂ ਸੀ, ਇਸ ਤਰ੍ਹਾਂ ਇਨਸਾਨੀਅਤ ਨਾਤੇ ਜਿਹੜੇ ਫਰਜ਼ ਅਦਾ ਕੀਤੇ ਸੀ, ਉਹਨਾਂ ਦਾ ਇਸਲਾਮ ਦੇ ਵਿੱਚ ਢੁਕਵਾਂ ਸਥਾਨ ਹੈ, ਕਿਉਂਕਿ ਤੁਸੀਂ ਜਦੋਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਦਿੰਦੇ ਹੋ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਲ ਕਰਦੇ ਆ, ਜਦੋਂ ਦਿੱਲੀ ਦੇ ਵਿੱਚ ਸ਼ਹੀਦੀ ਦਿੱਤੀ ਉਹਨਾਂ ਨੇ, ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਸ ਲੈ ਕੇ ਆਏ ਸੀ ਦਿੱਲੀ ਤੋਂ, ਤਾਂ ਉਹਨਾਂ ਨੇ ਨਾਭਾ ਸਾਹਿਬ ਜਿਹੜਾ ਕਿ ਜ਼ੀਰਕਪੁਰ ਦੇ ਕੋਲ ਹੈ, ਉੱਥੇ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਇੱਕ ਕੁਟੀਆ ਦੇ ਵਿੱਚ ਠਹਿਰ ਕੀਤੀ ਸੀ, ਜਿੱਥੇ ਪੀਰ ਦਰਗਾਹੀ ਸ਼ਾਹ ਰਹਿੰਦੇ ਹੁੰਦੇ ਸੀ, ਬਜ਼ੁਰਗ ਸੀ, ਬਿਰਧ ਹੋ ਚੁੱਕੇ ਸੀ ਬਹੁਤ। ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਸੀ ਕਿ ਸੀਸ ਗੁਰੂ ਤੇਗ ਬਹਾਦਰ ਸਾਹਿਬ ਦਾ, ਭਾਈ ਜੈਤਾ ਜੀ ਨੇ ਜਦੋਂ ਇਸ ਚੀਜ਼ ਬਾਰੇ ਦੱਸਿਆ ਸੀ, ਤਾਂ ਉਹਨਾਂ ਨੇ ਉੱਚੇ ਸਥਾਨ ਤੇ ਰੱਖ ਕੇ ਸੀਸ ਨੂੰ ਆਪ ਥੱਲੇ ਬਹਿ ਕੇ ਸਾਰੀ ਰਾਤ ਉਹਨਾਂ ਦੇ ਇਸ ਸ਼ਹੀਦੀ ਸ਼ਹਾਦਤ ਨੂੰ ਯਾਦ ਕਰਕੇ ਰੋਏ ਸੀ, ਇਬਾਦਤ ਕੀਤੀ ਸੀ ਕਿ ਕਿੱਡਾ ਜ਼ੁਲਮ ਹੋਇਆ। ਸੋ ਇਹ ਜਿਹੜੇ ਮੁਹੱਬਤੀ ਸੁਨੇਹੇ ਨੇ, ਜਾਂ ਇਹ ਜਿਹੜੀਆਂ ਸਾਂਝਾਂ ਨੇ, ਸਾਡੀਆਂ ਇਤਿਹਾਸਕ ਸਾਂਝਾਂ ਨੇ, ਇਹ ਦੰਦ ਕਥਾਵਾਂ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ, ਜਾਂ ਮਿਥਿਹਾਸ ਨਹੀਂ ਕਹਿ ਸਕਦੇ ਤੁਸੀਂ। ਮੇਰੀ ਕਿਤਾਬ ਦੇ ਵਿੱਚ ਮੈਂ ਜਿਹੜੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਇਹ ਹੈ ਕਿ ਮੈਂ ਹਰ ਤੱਥ ਨੂੰ, ਹਰ ਸ਼ਬਦ ਨੂੰ ਪੂਰੀ ਪੜਚੋਲ ਦੇ ਨਾਲ ਲੈ ਕੇ ਆਵਾਂ, ਤਾਂ ਜੋ ਕੱਲ ਨੂੰ ਸਾਨੂੰ ਕੋਈ ਬੰਦਾ ਸਵਾਲ ਕਰਦਾ, ਪਾਠਕ ਨੂੰ ਸਵਾਲ ਕਰਦਾ, ਉਹ ਠੋਕ ਕੇ ਕਹਿ ਸਕਦਾ ਯਾਰ ਇਹ ਨਹੀਂ ਐਦਾਂ। ਕਿਉਂਕਿ ਇਹ ਤੇ ਆਮ ਕਰਕੇ ਲੋਕਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਦੰਦ ਕਥਾਵਾਂ ਪ੍ਰਚਲਿਤ ਨੇ, ਜਿਨ੍ਹਾਂ ਦਾ ਜ਼ਿਕਰ ਆਮ ਕਰਕੇ ਸੁਣਿਆ ਜਾ ਸਕਦਾ। ਜੀ ਜੀ। ਪਰ ਅਸੀਂ ਕੋਸ਼ਿਸ਼ ਕੀਤੀ ਹੈ, ਮੈਂ ਇਸ ਮਿਹਨਤ ਦੇ ਨਾਲ, ਇੰਨੀ ਤਨਦੇਹੀ ਦੇ ਨਾਲ ਕੰਮ ਕੀਤਾ ਕਿ ਮੈਂ ਉਹ ਜੋ ਸੱਚਾਈਆਂ ਨੇ ਸਾਡੀਆਂ, ਜੋ ਸਾਡਾ ਸੱਚ ਹੈ, ਜਿਹੜਾ ਸਾਡੇ ਟੁੱਟਦੇ ਰਿਸ਼ਤਿਆਂ ਨੂੰ ਕਰੀਬ ਕਰਦਾ, ਜਿਹੜਾ ਸਾਡੀਆਂ ਧਰਮਾਂ ਨੂੰ ਨੇੜੇ ਲੈ ਕੇ ਆਉਂਦਾ, ਜਿਹੜਾ ਇੱਕ ਮਨੁੱਖਤਾ ਦਾ ਪਾਠ ਪੜ੍ਹਾਉਂਦਾ, ਜੋ ਇਨਸਾਨੀਅਤ ਵੱਲ ਨੂੰ ਵਧਾਉਂਦਾ ਸਾਨੂੰ, ਉਹਨਾਂ ਚੀਜ਼ਾਂ ਨੂੰ ਤੁਹਾਡੇ ਸਭ ਦੇ ਸਾਹਮਣੇ ਲੈ ਕੇ ਆਵਾਂ। ਅਲੀ ਜੀ, ਇੱਕ ਤੁਸੀਂ ਕਿਉਂਕਿ ਹੁਣ ਸਿੱਖ ਇਤਿਹਾਸ ਦੇ ਉੱਪਰ ਜਿਹੜਾ ਉਹ ਬੜਾ ਅੱਛਾ ਕੰਮ ਕਰ ਰਹੇ ਹੈਗੇ ਹੋ, ਔਰ ਯਕੀਨਨ ਤੌਰ ਤੇ ਹੁਣ ਸਿੱਖੀਜ਼ਮ ਦੇ ਕਨਸੈਪਟ ਨੂੰ ਵੀ ਤੁਸੀਂ ਬਾਖੂਬ ਜਿਹੜਾ ਉਹ ਸਮਝਿਆ ਹੋਏਗਾ। ਮੈਂ ਜਾਣਨਾ ਇਹ ਚਾਹੁੰਦਾ, ਕਿਉਂਕਿ ਸਿੱਖਾਂ ਦੇ ਵਿੱਚ ਇੱਕ ਜਿਹੜੀ ਚੀਜ਼ ਜਿਹੜੀ ਆ ਉਹ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਮੰਗੀ ਜਾਂਦੀ ਹੈ, ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੋ ਇੱਕ ਸਿੱਖਾਂ ਦੀ ਇੱਕ ਡਿਊਟੀ ਵੀ ਲਾਈ ਗਈ ਹੈ ਕਿ ਮਜ਼ਲੂਮ ਦੇ ਨਾਲ ਖੜਨਾ ਹੈਗਾ, ਜਰਵਾਣੇ ਦੇ ਨਾਲ ਟਾਕਰਾ ਕਰਨਾ ਹੈ। ਬਿਲਕੁਲ ਬਿਲਕੁਲ। ਤਾਂ ਕੀ ਇਹੀ ਜਿਹੜਾ ਸਿੱਖੀ
ਫੈਸ਼ਿਜ਼ਮ ਦਾ ਕਨਸੈਪਟ ਹੈ, ਕਿਤੇ ਨਾ ਕਿਤੇ ਇਹੀ ਜਿਹੜਾ ਉਹ ਸਿੱਖਾਂ ਨੂੰ ਕਨਫਲਿਕਟ ਦੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਕਿ ਜਦੋਂ ਉਹ ਮਜ਼ਲੂਮ ਦੇ ਪੱਖ ਦੇ ਵਿੱਚ ਖੜੇ ਹੁੰਦੇ ਨੇ ਜਾ ਕੇ, ਤਾਂ ਨੈਚੁਰਲ ਤੌਰ ਤੇ ਜਿਹੜਾ ਉਹ ਜ਼ੁਲਮ ਕਰਨ ਵਾਲੀ ਧਿਰ ਹੁੰਦੀ ਹੈ, ਕਿਉਂਕਿ ਜ਼ੁਲਮ ਕਰਨ ਵਾਲੀ ਧਿਰ ਜਿਹੜੀ ਆ ਉਹ ਕੁਦਰਤੀ ਤੌਰ ਤੇ ਤਾਕਤਵਰ ਹੁੰਦੀ ਹੈ, ਹਕੂਮਤੀ ਆਪਾਂ ਕਹਿ ਸਕਦੇ ਹਾਂ। ਤਾਂ ਹਕੂਮਤ ਕੁਦਰਤੀ ਤੌਰ ਤੇ ਜਿਹੜੀ ਹੈ ਉਹ ਦੁਸ਼ਮਣ ਵਾਲੇ ਪਾਸੇ ਖੜੀ ਹੋ ਜਾਂਦੀ ਹੈ। ਦੇਖੋ ਅਸਲ ਜਿਹੜੀ, ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਸੱਚ ਹੈ ਕਿ ਜਦੋਂ ਜ਼ੁਲਮ ਕਰਦੀ ਤਾਂ ਹਕੂਮਤ ਭਾਰੀ ਹੁੰਦੀ ਹੈ, ਤਦੇ ਨਿਵਾਣੇ ਬੰਦੇ ਤੇ ਕਰਦੀ ਆ ਉਹ ਜ਼ੁਲਮ। ਸੋ ਇਸ ਚੀਜ਼ ਦੇ ਵਿੱਚ ਇਸਲਾਮ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਇਹ ਗੱਲ ਫਰਮਾਈ ਗਈ ਆਮ ਕਰਕੇ ਕਿ ਤੁਸੀਂ ਲੋੜਵੰਦਾਂ ਦੇ ਹੱਕ 'ਚ ਖੜਨਾ, ਤੁਸੀਂ ਮਜ਼ਲੂਮ ਬੰਦਿਆਂ ਦੇ ਹੱਕ 'ਚ ਖੜਨਾ, ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਜਿਹੜਾ ਲੋੜਵੰਦ ਹੈ। ਮੈਂ ਇਸਲਾਮ ਦੀ ਇੱਕ ਹੋਰ ਗੱਲ ਤੁਹਾਡੇ ਲਈ ਦੱਸਣੀ ਚਾਹੁੰਦਾ ਕਿ ਜੇਕਰ ਤੁਹਾਡੇ ਕੋਲ ਇੱਕ ਕੌਲੀ ਸਬਜ਼ੀ ਦੀ ਹੈ, ਇੱਕ ਦਾਲ ਦੀ ਕੌਲੀ ਹੈ ਨਾ, ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਕਿ ਪੜੋਸੀ ਭੁੱਖਾ ਤਾਂ ਨਹੀਂ। ਜੇ ਭੁੱਖਾ ਤਾਂ ਉਹਦੇ 'ਚ ਅੱਧੀ ਵੰਡ ਕੇ ਦੇਣੀ ਆ। ਜਿਵੇਂ ਕਿ ਗੁਰਬਾਣੀ ਦੇ ਵਿੱਚ ਫਰਮਾਇਆ ਹੈਗਾ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਸਲਾਮ ਦੇ ਵਿੱਚ ਵੀ ਇਹੀ ਫਲਸਫਾ ਬਿਲਕੁਲ ਐਜ਼ ਇਟ ਇਜ਼ ਢੁਕਦਾ ਸਾਡੇ ਨਾਲ, ਤੁਰਦਾ ਸਾਡੇ ਨਾਲ, ਸਾਡੇ ਜੀਵਨ ਬਤੀਤ ਦੇ ਨਾਲ, ਕਿ ਤੁਸੀਂ ਪਹਿਲਾਂ ਇਹ ਦੇਖਣਾ ਕਿ ਸਾਡੀ ਲੋੜ, ਸਾਡੇ ਕੋਲੇ ਜਿਹੜੀ ਚੀਜ਼ ਹੈਗੀ ਆ ਉਸ ਤੋਂ ਜਿਹੜਾ ਸਾਡਾ ਨੇੜਲਾ ਕੋਈ, ਉਹਨੂੰ ਕਿੰਨੀ ਕੁ ਲੋੜ ਹੈ। ਜੇ ਅਸੀਂ ਉਹਦੇ ਕੰਮ, ਪਹਿਲਾਂ ਉਹਦੇ ਆਉਣਾ ਕੰਮ, ਫਿਰ ਰਿਸ਼ਤੇਦਾਰ ਦੇ ਕੰਮ ਆਉਣਾ, ਪਹਿਲਾਂ ਪੜੋਸੀ ਸਾਡੇ ਲਈ ਪਹਿਲ ਹੈ। ਇਸੇ ਤਰ੍ਹਾਂ ਜੇ ਇਸਲਾਮ ਦੀ ਆਪਾਂ ਹੋਰ ਵੀ ਗੱਲ ਕਰਦੇ ਹਾਂ, ਇਸਲਾਮ ਦੇ ਵਿੱਚ ਕਿਸੇ ਤਰ੍ਹਾਂ ਕੋਈ ਕੁੜੱਤਣ ਵਾਲਾ ਪਾਠ ਨਹੀਂ ਪੜ੍ਹਾਇਆ ਜਾਂਦਾ। ਜੇਕਰ ਕੁਰਾਨੇ ਪਾਕ ਦੀ ਆਪਾਂ ਗੱਲ ਕਰਦੇ ਹਾਂ, ਕੁਰਾਨ ਪਾਕ ਦਾ ਜ਼ਿਕਰ ਕਰਦੇ ਹਾਂ, ਤਾਂ ਉਹ ਇੱਕ ਮੁਸਲਮਾਨ ਦੀ ਜ਼ਿੰਦਗੀ ਦਾ ਸੰਵਿਧਾਨ ਹੈ। ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਉਹ ਵੀ ਇੱਕ ਸਿੱਖ ਧਾਰਮਿਕ ਵਿਅਕਤੀ ਦੀ ਜ਼ਿੰਦਗੀ ਦਾ ਸੰਵਿਧਾਨ ਹੈ ਕਿ ਤੂੰ ਜ਼ਿੰਦਗੀ ਜਿਉਣੀ ਕਿਸ ਤਰੀਕੇ ਨਾਲ, ਤੇਰਾ ਜ਼ਿੰਦਗੀ ਦਾ ਤਰੀਕਾ ਕੀ ਹੈ, ਤੂੰ ਕਿਵੇਂ ਜਿਉਣੀ ਆ। ਕਿਉਂਕਿ ਤੁਹਾਨੂੰ ਉਹ ਸੁਝਾਅ ਨੇ, ਪਰ ਤੁਸੀਂ ਬਾਣੀ ਪੜ੍ਹਦੇ ਹੋ ਪਰ ਬਾਣੀ ਤੇ ਅਮਲ ਨਹੀਂ ਕਰਦੇ। ਇਸੇ ਤਰ੍ਹਾਂ ਜੇਕਰ ਕੁਰਾਨੇ ਪਾਕ ਦੀ ਗੱਲ ਕਰਦੇ ਹਾਂ, ਕੁਰਾਨ ਪਾਕ ਪੜ੍ਹ ਲੈਣਾ ਨਹੀਂ ਹੈਗਾ ਸਾਰਾ ਕੁਝ। ਕੁਰਾਨ ਪਾਕ ਪੜ੍ਹਨ ਤੋਂ ਬਾਅਦ ਜਿਹੜੇ ਉਹਦੇ ਅਮਲ ਨੇ, ਉਹਨਾਂ ਦੇ ਤੁਸੀਂ ਕਿੰਨੇ ਕੁ ਪੂਰਕ ਹੋ। ਇਸਲਾਮ ਦਾ ਫਲਸਫਾ ਇਹ ਕਹਿੰਦਾ ਕਿ ਹਰ ਇੱਕ ਬੰਦੇ ਨੂੰ ਬੰਦੇ ਨਾਲ ਮੁਹੱਬਤ ਕਰਨੀ ਚਾਹੀਦੀ ਹੈ, ਇਨਸਾਨ ਨੂੰ ਇਨਸਾਨ ਨਾਲ ਨੇੜਤਾ ਵਧਾਉਣੀ ਚਾਹੀਦੀ ਹੈ, ਨਾ ਕਿ ਕੁੜੱਤਣ ਪੈਦਾ ਕਰਨੀ ਚਾਹੀਦੀ ਹੈ, ਨਾ ਕਿ ਦੂਰੀਆਂ ਵਧਾਉਣੀਆਂ ਚਾਹੀਦੀਆਂ। ਉਹਦੇ 'ਚ ਹਰ ਚੀਜ਼ ਸਿਖਾਈ ਗਈ ਹੈ, ਹਰ ਚੀਜ਼ ਤੁਹਾਨੂੰ ਦੱਸੀ ਗਈ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਆ। ਅੱਛਾ, ਹੁਣ ਜ਼ਿਕਰ ਕਰਦੇ ਹਾਂ ਕਿ ਤੁਹਾਡਾ ਸਫ਼ਰ ਹੈ ਜਿਹੜਾ ਲੇਖਣੀ ਵਾਲਾ, ਉਹ ਕਿਸ ਤਰੀਕੇ ਨਾਲ ਸ਼ੁਰੂ ਹੋਇਆ? ਕਿਉਂਕਿ ਜਿੰਨਾ ਕੁ ਮੈਨੂੰ ਤੁਹਾਡੇ ਬਾਰੇ ਪਤਾ ਹੈਗਾ ਵੀ ਤੁਸੀਂ ਗਾਇਕੀ ਬੈਕਗਰਾਊਂਡ ਨਾਲ ਵੀ ਸੰਬੰਧ ਰੱਖਦੇ ਹੋ, ਔਰ ਉਹ ਗਾਇਕੀ ਦਾ ਸਫ਼ਰ ਲੇਖਣੀ ਦੇ ਵਿੱਚ, ਰਾਈਟਰ ਦੇ ਵਿੱਚ ਕਦੋਂ ਤਬਦੀਲ ਹੋਇਆ, ਉਹ ਵੀ ਇਤਿਹਾਸਕ, ਇੱਕ ਧਰਮ ਦੇ ਰਿਲੇਟਿਡ ਤੁਸੀਂ ਲੇਖਣੀਆਂ ਲਿਖ ਰਹੇ ਹੋ, ਉਹ ਸਫ਼ਰ ਕਿਵੇਂ ਸ਼ੁਰੂ ਹੋਇਆ ਤੇ ਇੱਕ ਗਾਇਕੀ ਦਾ ਸਫ਼ਰ ਸੀ ਤੁਹਾਡਾ? ਅਸਲ ਦੇ ਵਿੱਚ ਜੇਕਰ ਮੈਂ ਗਾਇਕੀ ਦੇ ਸਫ਼ਰ ਦੀ ਗੱਲ ਕਰਾਂ, ਤਾਂ ਮੈਂ ਬਚਪਨ ਦੇ ਵਿੱਚ ਜਿਹੜਾ ਮੇਰਾ ਸੁਪਨਾ ਸੀ ਉਹ ਮੇਰਾ ਗਾਇਕ ਬਣਨ ਦਾ ਹੀ ਸੀਗਾ। ਪਰ ਸਮਾਂ ਬੀਤਿਆ, ਜਦੋਂ ਮੈਂ ਕਰਨੈਲ ਸਿੰਘ ਪਾਰਸਰਾਮਲੀਆ ਸਾਹਿਬ ਦੀ ਸੰਗਤ ਕੀਤੀ, ਉਹਨਾਂ ਦੇ ਨੇੜੇ ਰਿਹਾ, ਉਹਨਾਂ ਦੀ ਉਸਤਾਦੀ ਬਾਣੀ, ਤਾਂ ਉਸ ਮੌਕੇ ਵੱਡੇ ਵੱਡੇ ਫਨਕਾਰ ਸੀ, ਬਾਪੂ ਜੀ ਕੋਲੇ ਆਉਂਦੇ ਜਾਂਦੇ ਹੁੰਦੇ ਸੀਗੇ। ਤਾਂ ਮੈਂ ਲੱਗਿਆ ਕਿ ਯਾਰ ਗਾਇਕੀ ਮੇਰੇ ਤੋਂ ਬਹੁਤ ਵੱਡੀ ਹੈ। ਮੇਰੀ ਅਪਰੋਚ, ਕਿਉਂਕਿ ਮੈਂ ਇੱਕ ਗਰੀਬ ਘਰਾਣੇ ਨਾਲ ਸੰਬੰਧਿਤ ਸੀ, ਗਰੀਬ ਘਰ ਨਾਲ ਸੰਬੰਧਿਤ ਸੀ, ਮੇਰੇ ਲਈ ਉਸ ਤਰ੍ਹਾਂ ਦੇ ਜਿਹੜੇ ਸਾਧਨ ਬਣਾਉਣੇ ਬਹੁਤ ਔਖੇ ਸੀ। ਮੈਂ ਉਹਨਾਂ ਚੀਜ਼ਾਂ ਨੂੰ ਤਿਆਗ ਕੇ ਪੂਰੇ ਦਾ ਪੂਰਾ ਜਿਹੜਾ ਆਪਣੇ ਆਪ ਨੂੰ ਕੇਂਦਰਿਤ ਕਰ ਲਿਆ ਲੇਖਣੀ ਤੇ। ਪਰ ਜਿਹੜਾ ਮੇਰਾ ਗਾਇਕੀ ਦਾ ਸੁਪਨਾ ਸੀ, ਉਹ ਬੀਜ ਨੂੰ ਮੈਂ ਮੁੱਕਣ ਨਹੀਂ ਦਿੱਤਾ, ਉਹਨੂੰ ਮਰਨ ਨਹੀਂ ਦਿੱਤਾ। ਉਹ ਬੜਾ ਲੰਬਾ ਸਫ਼ਰ, ਕਈ ਸਾਲ ਬੀਤਣ ਤੋਂ ਬਾਅਦ ਉਹ 2014 ਦੇ ਵਿੱਚ ਮੇਰਾ ਗਾਇਕੀ ਵਾਲਾ ਜਿਹੜਾ ਸੁਪਨਾ ਸੀ ਪੂਰਾ ਹੋਇਆ। ਪਰ ਉਦੋਂ ਨੂੰ ਮੈਂ ਇੱਕ ਲੇਖਕ ਹੋਣ ਤੋਂ ਬਾਅਦ ਇੱਕ ਇਤਿਹਾਸਕਾਰ ਵਾਲੇ ਪਾਸੇ ਵੱਧ ਚੁੱਕਿਆ ਸੀ, ਕਿਉਂਕਿ 2011 ਤੋਂ ਬਾਅਦ ਮੈਂ ਸਿੱਖ ਇਤਿਹਾਸ ਦੇ ਕੰਮ ਕਰ ਰਿਹਾ, ਸਿੱਖ ਇਤਿਹਾਸ ਨੂੰ ਪੜ੍ਹਦਾ, ਉਸ ਚੀਜ਼ ਨੂੰ ਵਿਚਾਰਦਾ, ਵਿਚਰਦਾ। ਤਾਂ ਉਦੋਂ ਮੈਨੂੰ ਲੱਗਿਆ, ਜਦੋਂ ਮੇਰਾ ਗੀਤ ਕਾਫੀ ਹਿੱਟ ਹੋਇਆ, 2 ਜ਼ੁਲਫਾਂ ਕਰਕੇ ਸੀ ਉਹ, ਹਿੱਟ ਹੋਣ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ, ਕਿਉਂਕਿ ਕੰਪਨੀਆਂ ਤਾਂ ਤੁਹਾਨੂੰ ਕੋਈ ਬੰਦਾ ਪੇਸ਼ ਕਰਦਾ ਤਾਂ ਉਹਨਾਂ ਦੀ ਇੱਛਾ ਇਹ ਹੁੰਦੀ ਹੈ ਕਿ ਤੁਸੀਂ ਕਮਰਸ਼ੀਅਲ ਕਰੋ, ਤੁਸੀਂ ਕੀ ਵੱਟ ਕੇ ਦਿਓਗੇ ਤੁਹਾਡੇ ਲਈ, ਉਹਨਾਂ ਦੇ ਸਵਾਲ ਹੁੰਦੇ ਆ ਤੁਹਾਡੇ ਲਈ, ਉਹ ਚੋਂ ਗੇਨ ਕੀ ਹੋਏਗਾ, ਉਹਨਾਂ ਨੂੰ ਕੀ ਮਿਲਦਾ। ਦੇਖੋ ਤੁਸੀਂ ਤਾਂ ਪੂਰਤੀ ਕਰ ਲਓਗੇ ਗਾ ਕੇ, ਬਿਲਕੁਲ ਆਪਦਾ ਰਾਂਝਾ ਰਾਜੀ ਕਰ ਲਓਗੇ, ਪਰ ਉਹਨਾਂ ਨੂੰ ਕੀ ਦੇ ਰਹੇ ਹੋ ਵੱਟ ਕੇ। ਤਾਂ ਉਸ ਮੌਕੇ ਮੇਰੇ ਜ਼ਿਹਨ ਦੇ ਵਿੱਚ ਜਿਹੜਾ ਇਹ ਸਵਾਲ ਵੱਡਾ ਬਣ ਚੁੱਕਿਆ ਸੀ ਕਿ ਯਾਰ ਮੈਨੂੰ ਸਿੱਖ ਕੌਮ ਇੰਨੀ ਮੁਹੱਬਤ ਕਰਦੀ ਹੈ, ਇੰਨੀ ਇੱਜ਼ਤ ਦੇ ਰਹੀ ਹੈ ਸਿੱਖ ਕੌਮ, ਤੇ ਮੇਰਾ ਅੱਜ ਪ੍ਰਮਾਤਮਾ ਨੇ ਰੁਤਬਾ ਬਣਾਤਾ, ਮੈਂ ਕਾਲਜਾਂ 'ਚ ਜਾ ਰਿਹਾ, ਮੈਂ ਯੂਨੀਵਰਸਿਟੀਆਂ 'ਚ ਵਿਚਰਦਾ, ਮੈਂ ਗੁਰੂ ਘਰਾਂ 'ਚ ਵਿਚਰਦਾ, ਉੱਥੇ ਲੋਕ ਮੈਨੂੰ ਬੜੀ ਸਤਿਕਾਰਤ ਨਜ਼ਰ ਦੇ ਨਾਲ ਦੇਖਦੇ ਆ। ਤੇ ਜਦੋਂ ਮੈਂ
ਸਟੇਜ ਦੇ ਉੱਤੇ ਖੜਿਆ ਉਹੀ ਲੁੱਚ ਕਚਹਿਰੀ ਕਰਦਾ ਹੋਊਗਾ ਤਾਂ ਲੋਕਾਂ ਦਾ ਨਜ਼ਰੀਆ ਮੇਰੇ ਪ੍ਰਤੀ ਕੀ ਜਾਊਗਾ। ਇੱਕ ਇਨਸਾਨ ਦੇ ਦੋ ਚਿਹਰੇ ਉੱਭਰਨਗੇ ਉਦੋਂ ਨੂੰ, ਤੇ ਉਦੋਂ ਨਾ ਮੈਂ ਲੇਖਕ ਤੌਰ ਤੇ ਖੜਿਆ ਰਹੂੰਗਾ ਤੇ ਨਾ ਗਾਇਕ ਤੌਰ ਤੇ, ਦੋ ਕਿਸ਼ਤੀਆਂ ਦਾ ਮੁਸਾਫਰ ਹੋ ਜਾਊਂਗਾ। ਇਸ ਕਰਕੇ ਮੈਂ ਇਸ ਰਾਹ ਨਹੀਂ ਤੁਰਨਾ। ਜਿਹੜੀ ਉਹ ਚਕਾਚੌਂਦ ਆ, ਗਾਇਕੀ ਵਾਲੀ ਚਕਾਚੌਂਦ, ਉਹ ਬਹੁਤ ਸੋਹਣੀ ਆ, ਰੰਗੀਨੀਆਂ ਨੇ ਉਹਦੇ 'ਚ, ਤੁਸੀਂ ਬਹੁਤ ਕੁਝ ਦੇਖ ਸਕਦੇ ਹੋ। ਮੇਰਾ ਭਰਿਆ ਮੇਲਾ ਸੀ। ਮੈਂ ਸਿਰਫ ਸਿੱਖ ਇਤਿਹਾਸ ਨੂੰ ਸਮਰਪਿਤ ਹੋ ਚੁੱਕਿਆ ਸੀ। ਮੈਂ ਉਧਰ ਨੂੰ ਮੁੜਨ ਦੀ ਬਜਾਏ ਮੈਂ ਸਿੱਖ ਇਤਿਹਾਸ ਨੂੰ ਪਹਿਲ ਦਿੱਤੀ, ਕਿਉਂਕਿ ਮੈਂ ਮਰਨ ਤੋਂ ਬਾਅਦ ਆਪਦੇ ਆਪ ਨੂੰ ਜਿਉਂਦਾ ਦੇਖਣਾ ਚਾਹੁੰਦਾ ਲੋਕਾਂ 'ਚ। ਮੇਰਾ ਕਿਰਤ ਬੋਲੇ, ਮੇਰਾ ਕੰਮ ਲੋਕਾਂ 'ਚ ਯਾਦ ਰਹੇ। ਕਿਉਂਕਿ ਜੇਕਰ ਸੋਹਣ ਸਿੰਘ ਸੀਤਲ ਸਾਹਿਬ ਦੀ ਗੱਲ ਕਰ ਰਹੇ ਹਾਂ ਤਾਂ ਜ਼ਿਕਰ ਹੁੰਦਾ, ਗੰਡਾ ਸਿੰਘ ਜੀ ਦਾ ਜ਼ਿਕਰ ਹੁੰਦਾ, ਜਾਂ ਪ੍ਰਿੰਸੀਪਲ ਸੰਤੋਖ ਸਿੰਘ ਜੀ ਦਾ ਜ਼ਿਕਰ, ਜਦੋਂ ਵਿਦਵਾਨਾਂ ਦਾ ਜ਼ਿਕਰ ਹੁੰਦਾ, ਕਿਤੇ ਯਾਰ ਮੇਰਾ ਵੀ ਨਾ ਬੋਲੇ, ਮੇਰਾ ਵੀ ਕਿਤੇ ਜ਼ਿਕਰ ਹੋਵੇ। ਮੈਂ ਉਸ ਚੀਜ਼ ਨੂੰ ਆਪਦੇ ਆਪ ਨੂੰ ਜਿਉਂਦਾ ਰੱਖਣ ਦੇ ਲਈ ਕੰਮ ਕਰ ਰਿਹਾ। ਤੇ ਜਿਹੜੀ ਉਹ ਚਕਾਚੌਂਦ ਜ਼ਿੰਦਗੀ, ਉਹ ਚੰਦ ਦਿਨਾਂ ਦੀ ਚਾਂਦਨੀ ਫਿਰ ਹਨੇਰੀ ਰਾਤ ਵਾਲੀ ਕਹਾਣੀ ਹੈ, ਉਹ ਮੁੜ ਕੇ ਨਹੀਂ ਥਿਆਉਂਦੀ ਤੁਹਾਨੂੰ। ਇਸ ਕਰਕੇ ਮੈਂ ਸਿੱਖ ਇਤਿਹਾਸ ਨੂੰ ਸਮਰਪਿਤ ਹਾਂ। ਆਪਦੇ ਸਮੇਂ ਦਾ ਜਿਹੜਾ ਦਸਵੰਧ ਹੈ ਉਹ ਸਿੱਖ ਕੌਮ ਦੇ ਲੇਖੇ ਲਾ ਰਿਹਾ, ਤੇ ਮੇਰਾ ਇਹੀ ਸੁਪਨਾ। ਅੱਛਾ ਅਲੀ ਜੀ, ਹੁਣ ਤੱਕ ਕਿੰਨਾ ਇਹ ਜਿਹੜੀ ਕਿਤਾਬ ਹੈਗੀ ਹੈ ਤੁਹਾਡੀ, ਵੱਡਾ ਘੱਲੂਘਾਰਾ ਔਰ ਸਿੱਖ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਆ ਜਿਹੜੀ, ਕਿੰਨਾ ਹੁੰਗਾਰਾ ਤੁਹਾਨੂੰ ਇੱਥੋਂ ਤੇ ਵਿਦੇਸ਼ਾਂ ਦੇ ਵਿੱਚੋਂ ਮਿਲਿਆ ਹੈਗਾ? ਦੇਖੋ, ਮੈਂ ਇਸ ਗੱਲੋਂ ਬਹੁਤ ਖੁਸ਼ ਨਸੀਬ ਹਾਂ, ਕਿਉਂਕਿ ਲੋਕ ਲਿਖਦੇ ਤਾਂ ਬਹੁਤ ਨੇ ਪਰ ਪ੍ਰਚਲਿਤ ਨਹੀਂ ਹੁੰਦੇ। ਪ੍ਰਚਲਿਤ ਹੋਣ ਤੋਂ ਬਾਅਦ ਤੁਹਾਨੂੰ ਲੋਕ ਕਿੰਨੀ ਕੁ ਮੁਹੱਬਤ ਕਰਦੇ ਆ, ਤੁਸੀਂ ਖੁਸ਼ ਨਸੀਬ ਹੁੰਦੇ ਹੋ। ਸੋ ਮੇਰੀ ਖੁਸ਼ ਨਸੀਬੀ ਇਹ ਹੈ ਕਿ ਮੈਨੂੰ ਹਰ ਇੱਕ ਸ਼ਖਸ ਨੇ, ਜਿਸ ਬੰਦੇ ਨੇ ਮੇਰੀਆਂ ਕਿਤਾਬਾਂ ਪੜ੍ਹੀਆਂ, ਮੇਰੇ ਸਿਰ ਤੇ ਹੱਥ ਰੱਖਿਆ। ਕਿਸੇ ਨੇ ਭਾਈ ਬਣਾ ਕੇ ਰੱਖਿਆ, ਕਿਸੇ ਨੇ ਪੁੱਤ ਬਣਾ ਕੇ ਰੱਖਿਆ, ਕਿਸੇ ਨੇ ਭਾਈ ਬਣ ਕੇ ਰੱਖਿਆ। ਸੋ ਇਸ ਤਰ੍ਹਾਂ ਦੇ ਰਿਸ਼ਤੇ ਬਹੁਤ ਉਸਰੇ, ਬਹੁਤ ਜ਼ਿਕਰਯੋਗ ਨੇ। ਜਿਵੇਂ ਬਾਈ ਹਰਦੀਪ ਸਿੰਘ ਗਿੱਲ, ਉਹਨਾਂ ਦਾ ਜ਼ਿਕਰ ਕੀਤਾ ਜਾ ਸਕਦਾ। ਗੁਲਬਹਾਰ ਭੁੱਲਰ ਬਾਈ ਜੀ, ਉਹਨਾਂ ਦਾ ਜ਼ਿਕਰ ਕਰ ਲਈਏ ਆਪਾਂ। AS ਰਾਏ ਸਾਹਿਬ ਨੇ ਸਾਡੇ ਬਹੁਤ ਹੀ ਸਤਿਕਾਰਯੋਗ, ਉਹਨਾਂ ਦਾ ਜ਼ਿਕਰ। ਰਤਨ ਸਿੰਘ ਬਰਾੜ ਉਨੀ ਹੋ ਗਏ, ਹੋਰ ਬਹੁਤ ਨਾਂ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ। ਜਗਜੀਤ ਸਿੰਘ ਖੋਸਾ ਜੀ ਹੋ ਗਏ, ਹਰਜੀਤ ਲਸਾੜੇ ਉਨੀ ਹੋ ਗਏ। ਉਹ ਵੱਡੇ ਨਾਂ ਨੇ ਜਿਨ੍ਹਾਂ ਨੇ ਮੇਰੀ ਮੌਕੇ ਸਮੇਂ ਮੇਰੀ ਮਦਦ ਕੀਤੀ, ਕਿਉਂਕਿ ਇਕੱਲਾ ਨਹੀਂ ਸੀ ਕਰ ਸਕਦਾ। ਅਵਤਾਰ ਸਿੰਘ ਸ਼ੇਰਗਿੱਲ ਮੇਰੇ ਨਾਲ ਵਿਚਾਰਾ ਬਹੁਤ ਸਫ਼ਰਾਂ 'ਚ ਤੁਰਿਆ, ਬਹੁਤ ਸੰਘਰਸ਼ ਕੀਤਾ। ਜਿਵੇਂ ਮੈਨੂੰ ਲੱਗਦਾ ਕਿ ਮੈਂ ਤਾਂ ਕਿਤਾਬ ਲਿਖਣ ਲਈ ਕਰ ਰਿਹਾ ਸੀ, ਉਹ ਇਸ ਲਈ ਕਰ ਰਿਹਾ ਸੀ ਕਿਤੇ ਮੈਂ ਟੁੱਟ ਕੇ ਪਿੱਛੇ ਨਾ ਮੁੜ ਜਾ, ਹੈ ਨਾ। ਉਹ ਜਿਹੜੇ ਤੁਹਾਡੇ ਸਹਾਰਾ ਬਣੇ ਨੇ, ਉਹ ਲੋਕ ਜਿਹੜੇ ਤੁਹਾਡੇ ਨਾਲ ਤੁਰੇ ਨੇ, ਤੁਸੀਂ ਕਿਵੇਂ ਭੁੱਲ ਜਾਓਗੇ? ਕਿਉਂਕਿ ਜੇਕਰ ਆਪਾਂ ਇਹਨਾਂ ਸ਼ਖਸੀਅਤਾਂ ਦੀ ਮੈਂ ਗੱਲ ਕਰਦਾ ਤਾਂ ਮੇਰਾ ਆਪਣਾ ਇੱਕ ਸ਼ੇਅਰ ਯਾਦ ਆ ਰਿਹਾ ਮੈਨੂੰ। ਕਹਿੰਦਾ, ਕੌਣ ਔਖੇ ਵੇਲੇ ਬਣੇ ਬਾਹਾਂ ਮੈਨੂੰ ਯਾਦ ਨੇ, ਕੌਣ ਔਖੇ ਵੇਲੇ ਬਣੇ ਬਾਹਾਂ ਮੈਨੂੰ ਯਾਦ ਨੇ, ਜਿਨ੍ਹਾਂ ਮੇਰੇ ਲਈ ਕੀਤੀਆਂ ਦੁਆਵਾਂ ਮੈਨੂੰ ਯਾਦ ਨੇ, ਜਿਨ੍ਹਾਂ ਨੇਕ ਮੈਨੂੰ ਦਿੱਤੀਆਂ ਸਲਾਹਾਂ ਮੈਨੂੰ ਯਾਦ ਨੇ, ਜਿਨ੍ਹਾਂ ਝੂਠੀਆਂ ਫਲਾਈਆਂ ਅਫਵਾਹਾਂ ਮੈਨੂੰ ਯਾਦ ਨੇ। ਸੋਚਿਆ ਸੀ ਤੁਸੀਂ ਅਲੀ ਰਾਹਾਂ ਵਿੱਚ ਖਪ ਜੂ, ਸੋਚਿਆ ਸੀ ਤੁਸੀਂ ਅਲੀ ਰਾਹਾਂ ਵਿੱਚ ਖਪ ਜੂ, ਜਿੱਥੇ ਤੁਸੀਂ ਛੱਡ ਗਏ ਸੀ ਉਹ ਰਾਹਾਂ ਮੈਨੂੰ ਯਾਦ ਨੇ, ਉਹ ਰਾਹਾਂ ਮੈਨੂੰ ਯਾਦ। ਸੋ ਜ਼ਿੰਦਗੀ ਦੇ ਵਿੱਚ ਜਿਹੜੇ ਮੇਰੇ ਨਾਲ ਖੜ ਗਏ, ਜਿਨ੍ਹਾਂ ਨੇ ਮੈਨੂੰ ਸਾਥ ਦਿੱਤਾ, ਜਿਨ੍ਹਾਂ ਨੇ ਸਲਾਹਾਂ ਦਿੱਤੀਆਂ, ਜਿਨ੍ਹਾਂ ਨੇ ਮੇਰੀ ਫਾਈਨੈਂਸ਼ੀਅਲੀ ਸਪੋਰਟ ਕੀਤੀ ਇਸ ਕਿਤਾਬ ਨੂੰ ਛਾਪਣ ਦੇ ਵਿੱਚ, ਮੈਂ ਸਭ ਅੱਗੇ ਸਿਰ ਝੁਕਾਉਣਾ। ਕਿਉਂਕਿ ਕੋਈ ਵੀ ਕੰਮ ਇਕੱਲੇ ਕਹਿਰੇ ਦਾ ਨਹੀਂ ਹੁੰਦਾ। ਜੇ ਮੈਂ ਕਹਾਂ ਕਿ ਸਾਰਾ ਕੰਮ ਮੈਂ ਕਰ ਰਿਹਾ, ਮੈਂ ਤਾਂ ਮਾੜੀ ਹੁੰਦੀ ਆ। ਮੈਂ ਮੈਚ ਨਹੀਂ ਪੈਣਾ ਚਾਹੁੰਦਾ। ਇਹ ਮੇਰਾ ਫਰਜ਼ ਹੈ, ਇਹ ਮੇਰੀ ਸੋਚ ਹੈ, ਇਹ ਮੇਰੀ ਵਿਚਾਰਧਾਰਾ ਕਿ ਮੈਂ ਚੰਗੀ ਕਿਰਤ ਕਰਾਂ ਤੇ ਚੰਗੇ ਇਨਸਾਨਾਂ ਦੇ ਨਾਲ ਮੇਰਾ ਵਾਹ ਵਾਸਤਾ ਹੋਵੇ, ਚੰਗੇ ਲੋਕ ਮੇਰੇ ਲਈ ਦੁਆਵਾਂ ਕਰਨ। ਇਹ ਮੇਰਾ ਸੁਪਨਾ, ਇਹੀ ਮੇਰਾ ਟੀਚਾ ਜ਼ਿੰਦਗੀ ਦਾ। ਚਾਲੀ ਜੀ, ਹੁਣ ਜਾਂਦੇ ਜਾਂਦੇ ਕਿਉਂਕਿ ਸਮਾਪਤੀ ਵੱਲ ਵਧ ਰਹੇ ਹਾਂ, ਸਮਾਂ ਬਹੁਤ ਘੱਟ ਹੈ, ਅਗਲੇ ਕਿਹੜੇ ਪ੍ਰੋਜੈਕਟ ਦੇ ਉੱਪਰ ਕੰਮ ਕਰ ਰਹੇ ਹੋ? ਕਿਹੜੀ ਕਿਤਾਬ ਜਿਹੜੀ ਆ ਤੁਸੀਂ ਅਗਲੀ ਦਰਸ਼ਕਾਂ ਦੇ ਜੋ ਪੜ੍ਹਨ ਵਾਲਿਆਂ ਦੇ ਰੂਬਰੂ ਕਰਨ ਜਾ ਰਹੇ ਹੋ? ਕਿਉਂਕਿ ਮੈਨੂੰ ਇਹ ਲੱਗਦਾ ਰਹਿੰਦਾ, ਜਦੋਂ ਤੁਸੀਂ ਨਵਾਂ ਕੰਮ ਕਰੋਗੇ, ਨਵੀਂ ਚੀਜ਼ ਆਊਗੀ ਜੀ, ਤਾਂ ਉਹ ਪਾਠਕਾਂ ਦਾ ਧਿਆਨ ਆਪਦੇ ਵੱਲ ਖਿੱਚੂਗੀ। ਉਹ ਆਪਦੇ ਵੱਲ ਨੂੰ ਖਿੱਚ ਪੈਦਾ ਕਰੂਗੀ ਲੋਕਾਂ ਦੇ ਮਨਾਂ ਦੇ ਵਿੱਚ। ਕਿਉਂਕਿ ਜਦੋਂ ਤੁਸੀਂ ਨਿਵੇਕਲਾ ਕੰਮ ਕਰੋਗੇ, ਅੱਜ ਕੱਲ੍ਹ ਜਿਹੜਾ ਮੈਂ ਕੰਮ ਕਰ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਤੇ ਕੰਮ ਕਰ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਮਿੱਤਰ ਤੇ ਸੀਸ ਯਾਤਰਾ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਕਾਲ ਸਾਰਾ। ਉਸ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਆਪਾਂ, ਤਾਂ ਦੂਜੇ ਪਾਸੇ ਉਹਨਾਂ ਦੇ ਮੁਸਲਮਾਨ ਮਿੱਤਰਾਂ ਦਾ ਜ਼ਿਕਰ ਹੋਊਗਾ, ਕਿਉਂਕਿ ਉਹ ਮੁਗਲਾਂ ਦਾ ਜ਼ੁਲਮ ਸੀ ਪਰ ਉਹ ਮੁਸਲਮਾਨਾਂ ਦੀ ਮਿੱਤਰਤਾ ਸੀ। ਉਸ ਚੀਜ਼ ਦਾ ਜ਼ਿਕਰ, ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਜਿਹੜੇ ਸਥਾਨਾਂ ਤੇ ਗਏ, ਉਹਨਾਂ ਸਥਾਨਾਂ ਦਾ ਜ਼ਿਕਰ। ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਏ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹਨਾਂ ਸਥਾਨਾਂ ਦਾ ਜ਼ਿਕਰ। ਇਸ ਤਰੀਕੇ ਦਾ ਕੰਮ ਕਰ ਰਿਹਾ, ਕਿਉਂਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਸ ਨਜ਼ਰ ਨਾਲ ਦੇਖ ਰਿਹਾ,
ਤਾਂ ਮੇਰੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਯਾਰ ਜਦੋਂ ਮੁਗਲਾਂ ਸ਼ਹੀਦੀ ਦੀ ਗੱਲ ਕਰਦੇ ਆ ਤਾਂ ਮੁਗਲਾਂ ਦੇ ਜ਼ੁਲਮ ਦਾ ਜ਼ਿਕਰ ਹੁੰਦਾ, ਪਰ ਦੂਜੇ ਪਾਸੇ ਇੱਕ ਪੱਖ ਰਹਿ ਜਾਂਦਾ ਜਿਹੜੇ ਕਿ ਮੁਸਲਮਾਨ ਮਿੱਤਰ ਵੀ ਨੇ, ਜਾਂ ਉਹ ਸਥਾਨ ਇੱਕੋ ਜਿਲਦ ਦੇ ਵਿੱਚ ਜਦੋਂ ਸਾਰਾ ਕੁਝ ਇੱਕ ਪਾਠਕ ਨੂੰ ਮਿਲੂਗਾ, ਜਾਂ ਜਿਹੜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਅਲੱਗ-ਅਲੱਗ ਕਿਤਾਬਾਂ ਨਹੀਂ ਫੋਲਣਗੀਆਂ ਕਿ ਫਲਾਣੀ ਥਾਂ ਕੀ ਦੇਖ ਲਾਂ ਕਿਉਂਕਿ ਇੰਨੇ ਬੰਦੇ ਕੋਲੇ ਸਾਧਨ ਨਹੀਂ ਹੁੰਦੇ ਕਿ ਇੰਨਾ ਕੁਝ ਇਕੱਠਾ ਕਰ ਸਕੇ। ਪਰ ਮੇਰਾ ਇਹ ਜਨੂਨ ਹੈ ਕਿ ਮੈਂ ਇਸ ਤਰ੍ਹਾਂ ਦੇ ਕੰਮ ਕਰਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਬਾਰੇ, ਸਾਡੀ ਕੌਮ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗੇ, ਕਿਉਂਕਿ ਅੱਜ ਕੇਸ ਕਤਲ ਕਰਾ ਦੇਣੇ ਸੌਖਾ ਜਿਹਾ ਕੰਮ ਲੱਗਦਾ, ਨਾਈ ਕੋਲੇ ਜਾਂਦਾ ਮਿੰਟ 'ਚ ਵਿਹਲਾ ਹੋ ਕੇ ਘਰ ਨੂੰ ਆ ਜਾਂਦਾ, ਪਰ ਸਿੱਖ ਕੇਸ ਬਚਾਉਣ ਦੇ ਲਈ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਕੇਸਾਂ ਦੇ ਸਿਰਾਂ ਨੂੰ ਬਚਾਉਣ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ। ਬਿਲਕੁਲ। ਸੋ ਉਸ ਕੌਮ ਦੀ ਗੱਲ ਕਰਨੀ ਚਾਹੁੰਦਾ ਜਿਸ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ, ਜਿਸ ਕੌਮ ਦੀ ਸ਼ਹਾਦਤ ਦੀ ਗੱਲ ਆਪਾਂ ਕਰਨ ਲੱਗੀਏ ਤਾਂ ਕਈ ਰਾਤਾਂ ਗੁਜ਼ਰ ਜਾ ਸਕਦੀਆਂ ਆਪਣੇ ਕੋਲੇ, ਪਰ ਜ਼ਿਕਰ ਫੇਰ ਵੀ ਚੱਲਦਾ ਰਹੂਗਾ, ਆਪਣਾ ਸਮਾਂ ਮੁੱਕ ਜੂਗਾ, ਜ਼ਿਕਰ ਨਹੀਂ ਮੁੱਕਣਾ। ਬਿਲਕੁਲ। ਸੋ ਉਸ ਕੌਮ ਲਈ ਮੈਂ ਕੰਮ ਕਰ ਰਿਹਾ। ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਕੌਮ ਨੇ ਮੈਨੂੰ ਹੁਣ ਤੱਕ ਮੁਹੱਬਤ ਦਿੱਤੀ ਹੈ, ਭਵਿੱਖ ਦੇ ਵਿੱਚ ਵੀ ਮੇਰੇ ਸਿਰ ਤੇ ਇਸੇ ਤਰ੍ਹਾਂ ਹੱਥ ਰੱਖਣਗੇ ਕੌਮ ਦੇ ਪਿਆਰੇ, ਤੇ ਇਸੇ ਤਰ੍ਹਾਂ ਮੈਨੂੰ ਉਤਸ਼ਾਹਿਤ ਕਰਦੇ ਰਹਿਣਗੇ ਤਾਂ ਜੋ ਮੈਂ ਹੋਰ ਜਨੂਨ ਦੇ ਨਾਲ, ਹੋਰ ਇਮਾਨਦਾਰੀ ਦੇ ਨਾਲ ਤੇ ਹੋਰ ਤਨਦੇਹੀ ਦੇ ਨਾਲ ਆਪਦੇ ਕੰਮ ਨੂੰ ਹੋਰ ਪਰਪੱਕਤਾ ਦੇ ਨਾਲ ਪਾਠਕਾਂ ਤੱਕ ਲੈ ਕੇ ਆ ਸਕਾਂ। ਜ਼ਰੂਰ ਅਲੀ ਜੀ, ਤੁਸੀਂ ਸਮਾਂ ਦਿੱਤਾ ਔਰ ਗੱਲਬਾਤ ਕੀਤੀ, ਔਰ ਦੁਆ ਕਰਦੇ ਹਾਂ, ਰੱਬ ਕੋਲ ਅਰਦਾਸ ਕਰਦੇ ਹਾਂ ਵੀ ਤੁਹਾਡੀ ਜਿਹੜੀ ਆਉਣ ਵਾਲੀ ਕਿਤਾਬ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਉੱਪਰ, ਉਹ ਜ਼ਰੂਰ ਇੱਕ ਚੰਗਾ ਸੁਨੇਹਾ ਲੈ ਕੇ ਲੋਕਾਂ ਦੇ ਵਿੱਚ ਜ਼ਰੂਰ ਜਾਵੇ, ਔਰ ਜਿਵੇਂ ਇਹ ਕਿਤਾਬ ਹੈ ਸਿੱਖ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਬਣਾਉਣ ਦੇ ਵਿੱਚ ਜ਼ਰੂਰ ਕਾਮਯਾਬ ਹੋਵੇ, ਔਰ ਦੋਨਾਂ ਭਾਈਚਾਰਿਆਂ ਦੇ ਵਿੱਚ ਸਾਂਝ ਜਿਹੜੀ ਆ ਅਟੁੱਟ ਰੂਪ ਦੇ ਵਿੱਚ ਬਣੀ ਰਹੇ। ਮਿਹਰਬਾਨੀ। ਫਿਲਹਾਲ ਦੇ ਲਈ ਇਜਾਜ਼ਤ ਦਿਓ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ ਦੇ ਵਿੱਚ ਆਏ ਔਰ ਇੰਨੇ ਪਿਆਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਧੰਨਵਾਦ ਕੰਗ ਸਾਹਿਬ, ਤੁਹਾਡੇ ਜ਼ਰੀਏ ਮੈਨੂੰ ਪਾਠਕਾਂ ਦੇ, ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਇੱਕ ਵਾਰੀ ਮੇਰੇ ਵੱਲੋਂ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ, ਤੇ ਸਾਡੇ ਨਾਲ ਅਲੀ ਰਾਜਪੁਰਾ ਸੀ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਉੱਪਰ ਜਿਹੜੀਆਂ ਨੇ ਉਹ ਕਿਤਾਬਾਂ ਲਿਖੀਆਂ ਨੇ, ਔਰ ਖ਼ਾਸ ਤੌਰ ਤੇ ਦੋ ਭਾਈਚਾਰਿਆਂ ਦੇ ਵਿੱਚ ਸਾਂਝ ਦਾ ਜ਼ਿਕਰ ਕਰਦੇ ਹੋਏ ਇਸ ਕਿਤਾਬ ਦੇ ਵਿੱਚ ਨਜ਼ਰ ਆਏ ਨੇ ਅਲੀ ਰਾਜਪੁਰਾ। ਹਾਲਾਂਕਿ ਬੜਾ ਮੁਸ਼ਕਿਲ ਹੁੰਦਾ ਅੱਜ ਕੱਲ੍ਹ ਕਿ ਧਰਮ ਦੇ ਉੱਪਰ ਕਿਸੇ ਤਰੀਕੇ ਦੀ ਗੱਲ ਕਰਨੀ ਜਾਂ ਧਰਮ ਦੇ ਇਤਿਹਾਸ ਨੂੰ ਲਿਖਣਾ, ਔਰ ਉਸ ਵੇਲੇ ਤਾਂ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਤੁਸੀਂ ਕਿਸੇ ਦੂਸਰੇ ਧਰਮ ਤੋਂ ਪਿਛੋਕੜ ਰੱਖਦੇ ਹੋਵੋ ਔਰ ਕਿਸੇ ਦੂਸਰੇ ਧਰਮ ਬਾਰੇ ਲਿਖ ਰਹੇ ਹੋਵੋ, ਤਾਂ ਉਹ ਚੀਜ਼ ਉਨੀ ਜ਼ਿਆਦਾ ਔਖੀ ਹੋ ਜਾਂਦੀ ਹੈ। ਪਰ ਜਿਸ ਤਰੀਕੇ ਨਾਲ ਪਿਆਰ ਅਲੀ ਰਾਜਪੁਰਾ ਨੂੰ ਮਿਲ ਰਿਹਾ ਹੈ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ, ਉਹ ਚੀਜ਼ ਇਹ ਜ਼ਰੂਰ ਸਾਬਤ ਕਰਦੀ ਹੈ ਕਿ ਉਹਨਾਂ ਨੇ ਆਪਣਾ ਕੰਮ ਹੈ ਜਿਹੜਾ ਉਹ ਬਖੂਬੀ ਤੌਰ ਤੇ ਨਿਭਾਇਆ ਹੈਗਾ, ਔਰ ਉਮੀਦ ਕਰਦੇ ਹਾਂ ਕਿ ਅੱਗੇ ਵੀ ਰੱਬ ਉਹਨਾਂ ਨੂੰ ਇਸ ਤਰ੍ਹਾਂ ਕਾਮਯਾਬੀ ਬਖਸ਼ੇ। ਫਿਲਹਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਬਲਦੀਪ ਸਿੰਘ ਕਾਗਨੂ ਦੀ ਇਜਾਜ਼ਤ। ਧੰਨਵਾਦ।